ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ 'ਤੇ। ਹਾਜ਼ਰ ਹਾਂ ਜੀ ਅੱਜ ਫਿਰ ਨਵੀਂ ਕਹਾਣੀ ਦੇ ਨਾਲ। ਮੇਰਾ ਨਾਮ ਦੀਪਿਕਾ ਹੈ। ਹਰ ਲੜਕੀ ਦੀ ਤਰ੍ਹਾਂ ਮੇਰੇ ਵੀ ਕੁਝ ਸੁਪਨੇ ਸੀ, ਪਰ ਮੈਨੂੰ ਸੁਪਨੇ ਦੇਖਣ ਲਈ ਬਹੁਤ ਵੱਡੀ ਕੀਮਤ ਚੁਕਾਉਣੀ ਪਈ, ਜੋ ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦੀ ਸੀ। ਮੈਨੂੰ ਵਿਸ਼ਵਾਸ ਨਹੀਂ ਆਉਂਦਾ ਕਿ ਕੋਈ ਕਿਸੇ ਨਾਲ ਐਵੇਂ ਕਿਸ ਤਰ੍ਹਾਂ ਕਰ ਸਕਦਾ ਹੈ, ਜੋ ਮੇਰੇ ਨਾਲ ਹੋਇਆ। ਮੈਂ ਅਜੇ ਸਿਰਫ 6 ਸਾਲ ਦੀ ਸੀ, ਪਰ ਮੇਰੇ ਉੱਤੇ ਕਿਸੇ ਨੇ ਤਰਸ ਨਾ ਕੀਤਾ ਅਤੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਕਾਸ਼ ਮੇਰੀ ਮਾਂ ਮੈਨੂੰ ਬਚਾ ਲੈਂਦੀ ਤਾਂ ਮੇਰੇ ਨਾਲ ਇਹ ਸਭ ਕੁਝ ਨਾ ਹੁੰਦਾ। ਮੇਰਾ ਸਬੰਧ ਇੱਕ ਐਸੇ ਘਰ ਨਾਲ ਸੀ ਜਿੱਥੇ ਸਿਰਫ ਅਤੇ ਸਿਰਫ ਗਰੀਬੀ ਦਾ ਰਾਜ ਸੀ। ਅਸੀਂ 4 ਭੈਣ ਭਰਾ ਸੀ। ਪਾਪਾ ਕਿਸੇ ਦੀ ਦੁਕਾਨ 'ਤੇ ਕੰਮ ਕਰਦੇ ਸਨ ਅਤੇ ਮਾਂ ਕਿਸੇ ਦੇ ਘਰ ਵਿੱਚ ਕੰਮ ਕਰਨ ਲਈ ਜਾਇਆ ਕਰਦੀ ਸੀ। ਮੈਂ ਤੇ ਉਸ ਵਕਤ ਬਹੁਤ ਛੋਟੀ ਸੀ, ਲਗਭਗ 6 ਤੋਂ 7 ਸਾਲ ਦੀ। ਇਸ ਲਈ ਮੈਨੂੰ ਬਿਲਕੁਲ ਵੀ ਇੱਕ ਧੁੰਦਲੇ ਸੁਪਨੇ ਦੀ ਤਰ੍ਹਾਂ ਆਪਣੀ ਜ਼ਿੰਦਗੀ ਯਾਦ ਹੈ। ਮੇਰੀ ਇੱਕ ਭੈਣ ਅਤੇ ਇੱਕ ਭਰਾ ਮੇਰੇ ਤੋਂ ਵੱਡੇ ਸੀ ਅਤੇ ਇੱਕ ਭਰਾ ਛੋਟਾ ਸੀ। ਘਰ ਵਿੱਚ ਖਾਣ ਪੀਣ ਦੀ ਇਸ ਤਰ੍ਹਾਂ ਤੰਗੀ ਸੀ ਕਿ ਮੁਸ਼ਕਲ ਨਾਲ ਇੱਕ ਰੋਟੀ ਜਾਂ ਫਿਰ ਕਈ ਵਾਰ ਅੱਧੀ ਰੋਟੀ ਮਿਲਦੀ ਸੀ। ਅਸੀਂ ਦੂਸਰੇ ਬੱਚਿਆਂ ਦੀ ਤਰ੍ਹਾਂ ਸਕੂਲ ਨਹੀਂ ਜਾਂਦੇ ਸੀ। ਪੈਸੇ ਲੈ ਕੇ ਚੀਜ਼ ਖਾਣਾ ਤਾਂ ਦੂਰ ਦੀ ਗੱਲ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇੱਕ ਵਾਰ ਸਾਡੇ ਪਿੰਡ ਵਿੱਚ ਮੇਲਾ ਲੱਗਿਆ ਹੋਇਆ ਸੀ, ਜਿੱਥੇ ਜਾਣ ਦੀ ਜਿੱਦ ਅਸੀਂ ਸਾਰੇ ਭੈਣ ਭਰਾ ਕਰ ਰਹੇ ਸੀ। ਸਾਡੇ ਪਾਪਾ ਨੇ ਸਾਨੂੰ ਸਖਤੀ ਨਾਲ ਮਨਾ ਕੀਤਾ ਸੀ, ਪਰ ਅਸੀਂ ਨਹੀਂ ਮੰਨੇ ਅਤੇ ਆਪਣੀ ਮਾਂ ਦੇ ਨਾਲ ਮੇਲੇ ਲਈ ਚਲੇ ਗਏ, ਕਿਉਂਕਿ ਮਾਂ ਦਾ ਦਿਲ ਸਾਨੂੰ ਸਾਰਿਆਂ ਨੂੰ ਰੋਂਦੇ ਹੋਏ ਦੇਖ ਕੇ ਪਿਘਲ ਗਿਆ ਸੀ। ਪਤਾ ਨਹੀਂ ਉਹ ਕਿਹੋ ਜਿਹਾ ਦਿਨ ਸੀ, ਪਰ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਸੀ, ਜਦੋਂ ਮੈਂ ਆਪਣੀ ਮਾਂ ਅਤੇ ਬਾਕੀ 3 ਭੈਣ ਭਰਾਵਾਂ ਦੇ ਨਾਲ ਮੇਲੇ ਚਲੀ ਗਈ। ਉੱਥੇ ਲੋਕਾਂ ਦੀ ਇੰਨੀ ਭੀੜ ਦੇਖ ਕੇ ਮੈਂ ਬਹੁਤ ਘਬਰਾ ਰਹੀ ਸੀ। ਮੈਂ ਆਪਣੀ ਵੱਡੀ ਭੈਣ ਦੀ ਉਂਗਲੀ ਫੜੀ ਹੋਈ ਸੀ। ਮੇਲੇ ਵਿੱਚ ਇਸ ਤਰ੍ਹਾਂ ਦੇ ਝੂਲੇ ਤੇ ਖਾਣ ਪੀਣ ਦੀਆਂ ਚੀਜ਼ਾਂ ਦੇਖ ਕੇ ਮੇਰਾ ਦਿਲ ਲਲਚਾ ਰਿਹਾ ਸੀ, ਪਰ ਸਾਡੇ ਕੋਲ ਪੈਸੇ ਨਹੀਂ ਸੀ ਕਿ ਅਸੀਂ ਕੋਈ ਚੀਜ਼ ਖਰੀਦ ਸਕਦੇ। ਮੇਰੀ ਭੈਣ ਕਹਿਣ ਲੱਗੀ ਕਿ ਮੰਮੀ, ਮੈਨੂੰ ਝੂਲੇ ਉੱਤੇ ਝੂਟੇ ਲੈਣੇ ਹਨ। ਤਾਂ ਮੈਂ ਵੀ ਕਿਹਾ ਕਿ ਮੰਮੀ, ਮੈਂ ਜਲੇਬੀਆਂ ਖਾਣੀਆਂ ਨੇ। ਤਾਂ ਮੇਰੀ ਮਾਂ ਗੁੱਸੇ ਵਿੱਚ ਕਹਿਣ ਲੱਗੀ ਕਿ ਮੇਰੇ ਕੋਲ ਪੈਸੇ ਨਹੀਂ ਹਨ। ਮੈਂ ਤੁਹਾਨੂੰ ਬਸ ਮੇਲਾ ਘੁਮਾਉਣ ਲਈ ਲੈ ਕੇ ਆਈ ਸੀ। ਮੇਲੇ ਦੀਆਂ ਰੌਣਕਾਂ ਦੇਖੋ ਤੇ ਘਰੇ ਚੱਲੀਏ। ਪਰ ਅਚਾਨਕ ਮੇਲੇ ਵਿੱਚ ਭਗਦੜ ਮਚ ਗਈ। ਮਾਂ ਸਾਨੂੰ ਲੈ ਕੇ ਸਾਈਡ 'ਤੇ ਖੜੀ ਹੋ ਗਈ, ਪਰ ਸਮਝ ਨਹੀਂ ਆ ਰਿਹਾ ਸੀ ਕਿ ਉੱਥੇ ਕੀ ਹੋ ਰਿਹਾ ਹੈ। ਫਿਰ ਮਾਂ ਨੇ ਅਚਾਨਕ ਕਿਹਾ ਕਿ ਚਲੋ ਜਲਦੀ ਘਰ ਚਲੋ, ਨਹੀਂ ਤਾਂ ਇੱਥੇ ਫਸ ਜਾਵਾਂਗੇ। ਇਹ ਕਹਿ ਕੇ ਮਾਂ 3 ਭੈਣ ਭਰਾਵਾਂ ਨੂੰ ਲੈ ਕੇ ਸਾਨੂੰ ਤੁਰ ਪਈ। ਮੈਂ ਛੋਟੀ ਸੀ। ਅਚਾਨਕ ਮੇਰਾ ਪੈਰ ਕਿਸੇ ਚੀਜ਼ ਵਿੱਚ ਅੜ ਗਿਆ ਤੇ ਮੈਂ ਉੱਥੇ ਡਿੱਗ ਪਈ। ਮੇਰਾ ਹੱਥ ਮੇਰੀ ਭੈਣ ਨਾਲੋਂ ਛੁੱਟ ਗਿਆ, ਪਰ ਕੋਈ ਵੀ ਮੇਰੇ ਲਈ ਰੁਕਿਆ ਨਹੀਂ ਸੀ। ਮੈਂ ਮਾਂ ਕਹਿ ਕੇ ਆਵਾਜ਼ਾਂ ਦਿੰਦੀ ਰਹੀ, ਪਰ ਮੇਲੇ ਦੇ ਸ਼ੋਰ ਸ਼ਰਾਬੇ ਵਿੱਚ ਮੇਰੀ ਆਵਾਜ਼ ਕਿਸੇ ਨੂੰ ਸੁਣਾਈ ਨਾ ਦਿੱਤੀ। ਮਾਂ ਤੇ ਮੇਰੇ ਭੈਣ ਭਰਾ ਮੇਰੀਆਂ ਨਜ਼ਰਾਂ ਤੋਂ ਓਹਲੇ ਹੋ ਗਏ ਅਤੇ ਲੋਕਾਂ ਦੀਆਂ ਠੋਕਰਾਂ ਤੋਂ ਬਚਦੀ ਹੋਈ ਇੱਕ ਸਾਈਡ 'ਤੇ ਜਾ ਕੇ ਮੈਂ ਖੜੀ ਹੋ ਕੇ ਰੋਣ ਲੱਗੀ। ਮਾਂ ਨੂੰ ਮੈਂ ਬਹੁਤ ਆਵਾਜ਼ਾਂ ਮਾਰੀਆਂ ਅਤੇ ਉਹਨਾਂ ਨੂੰ ਇੱਧਰ ਉੱਧਰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੈਨੂੰ ਨਾ ਤਾਂ ਮਾਂ ਦਿਖਾਈ ਦਿੱਤੀ ਅਤੇ ਨਾ ਹੀ ਮੇਰਾ ਕੋਈ ਭੈਣ ਭਰਾ। ਮੈਂ ਉੱਥੇ ਖੜੀ ਬਹੁਤ ਰੋ ਰਹੀ ਸੀ ਕਿ ਥੋੜ੍ਹੀ ਦੇਰ ਬਾਅਦ ਇੱਕ ਔਰਤ ਨੇ ਮੈਨੂੰ ਕਿਹਾ ਕਿ ਇੱਧਰ ਆਓ ਬੇਟਾ, ਮੇਰੇ ਕੋਲ। ਮੈਂ ਉਸ ਕੋਲ ਚਲੀ ਗਈ ਤੇ ਉਹ ਮੈਨੂੰ ਪੁੱਛਣ ਲੱਗੀ, ਤੂੰ ਇੱਥੇ ਖੜੀ ਕਿਉਂ ਰੋ ਰਹੀ ਹੈ? ਮੈਂ ਕਿਹਾ ਕਿ ਮੇਰੀ ਮਾਂ ਪਤਾ ਨਹੀਂ ਕਿੱਥੇ ਗਵਾਚ ਗਈ ਹੈ। ਤੇ ਫਿਰ ਉਹ ਔਰਤ ਕਹਿਣ ਲੱਗੀ ਕਿ ਪਰੇਸ਼ਾਨ ਨਾ ਹੋ, ਮੈਂ ਤੈਨੂੰ ਤੇਰੀ ਮਾਂ ਨਾਲ ਮਿਲਾ ਦਿਆਂਗੀ। ਮੈਂ ਤੈਨੂੰ ਤੇਰੇ ਘਰੇ ਛੱਡ ਆਵਾਂਗੀ। ਇਹ ਗੱਲ ਸੁਣ ਕੇ ਮੈਂ ਰੋਣਾ ਬੰਦ ਕਰ ਦਿੱਤਾ ਤੇ ਉਸ ਦੇ ਨਾਲ ਚਲੀ ਗਈ। ਉਸ ਔਰਤ ਨੇ ਮੈਨੂੰ ਗੱਡੀ ਵਿੱਚ ਬਿਠਾਇਆ ਅਤੇ ਆਪਣੇ ਘਰ ਲੈ ਗਈ ਤੇ ਕਹਿਣ ਲੱਗੀ, ਹੁਣ ਤਾਂ ਰਾਤ ਹੋ ਚੁੱਕੀ ਹੈ, ਮੈਂ ਤੈਨੂੰ ਸਵੇਰੇ ਤੇਰੀ ਮਾਂ ਕੋਲ ਲੈ ਜਾਊਂਗੀ। ਫਿਰ ਉਸਨੇ ਮੈਨੂੰ ਖਾਣਾ ਦਿੱਤਾ ਤੇ ਦੁੱਧ ਦਾ ਗਲਾਸ ਵੀ। ਮੈਂ ਬਹੁਤ ਖੁਸ਼ ਹੋ ਗਈ ਅਤੇ ਖਾਣਾ ਖਾ ਕੇ ਦੁੱਧ ਪੀਤਾ ਤੇ ਉੱਥੇ ਹੀ ਸੌਂ ਗਈ। ਜਦੋਂ ਸਵੇਰ ਹੋਈ ਤਾਂ ਉਸਨੇ ਮੈਨੂੰ ਵਧੀਆ ਨਾਸ਼ਤਾ ਕਰਵਾਇਆ ਤੇ ਕਹਿਣ ਲੱਗੀ ਕਿ ਇਹ ਕੱਪੜੇ ਪਾ ਲਾ ਅਤੇ ਤਿਆਰ ਹੋ ਜਾ, ਫਿਰ ਆਪਾਂ ਚੱਲਦੇ ਹਾਂ। ਕੱਪੜੇ ਦੇਖ ਕੇ ਮੇਰਾ ਦਿਲ ਖੁਸ਼ ਹੋ ਗਿਆ। ਮੈਂ ਜਲਦੀ ਨਾਲ ਕੱਪੜੇ ਬਦਲ ਲਏ ਅਤੇ ਬਾਅਦ ਵਿੱਚ ਉਸ ਔਰਤ ਨੂੰ ਕਿਹਾ ਕਿ ਆਂਟੀ ਚਲੋ, ਮੇਰੀ ਮਾਂ ਕੋਲ ਲੈ ਚਲੋ। ਤਾਂ ਉਹ ਕਹਿਣ ਲੱਗੀ, ਮੈਂ ਤੇਰੀ ਮਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਕਿਤੇ ਨਹੀਂ ਮਿਲੀ। ਇਸ ਲਈ ਜਦੋਂ ਤੱਕ ਤੇਰੀ ਮਾਂ ਦੀ ਕੋਈ ਖੈਰ ਖਬਰ ਨਹੀਂ ਮਿਲਦੀ ਤਾਂ ਤੂੰ ਮੇਰੇ ਕੋਲ ਰਹਿ। ਇਹ ਸੁਣ ਕੇ ਮੈਂ ਚੁੱਪ ਹੋ ਗਈ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਉਹ ਕਹਿਣ ਲੱਗੀ ਕਿ ਮੈਂ ਆਪਣੀ ਬੇਟੀ ਬਣਾ ਕੇ ਰੱਖਾਂਗੀ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਊਂਗੀ। ਜਦੋਂ ਤੇਰੀ ਮਾਂ ਮਿਲ ਜਾਏਗੀ ਫਿਰ ਤੂੰ ਉਹਨਾਂ ਦੇ ਕੋਲ ਚਲੀ ਜਾਣਾ। ਉਸਨੇ ਮੈਨੂੰ ਮੇਰਾ ਨਾਂ ਪੁੱਛਿਆ ਤੇ ਮੈਨੂੰ ਖੇਡਣ ਲਈ ਖਿਡੌਣੇ ਲਿਆ ਕੇ ਦਿੱਤੇ। ਫਿਰ ਇਸ ਤਰ੍ਹਾਂ ਮੈਂ ਉਸ ਆਂਟੀ ਦੇ ਕੋਲ ਰਹਿਣ ਲੱਗ ਗਈ। ਕੁਝ ਦਿਨ ਮੈਂ ਉੱਥੇ ਹੀ ਰਹੀ। ਇੱਕ ਦਿਨ ਇੱਕ ਆਂਟੀ ਅੰਕਲ ਉੱਥੇ ਆਏ ਅਤੇ ਮੈਨੂੰ ਆਪਣੇ ਨਾਲ ਲੈ ਗਏ। ਉਹਨਾਂ ਨੇ ਕਿਹਾ, ਅਸੀਂ ਤੇਰੀ ਮਾਂ ਨੂੰ ਮਿਲੇ ਸੀ, ਪਰ ਤੇਰੀ ਮਾਂ ਤੈਨੂੰ ਰੱਖਣ ਲਈ ਤਿਆਰ ਨਹੀਂ।
ਉਹਨਾਂ ਨੇ ਮਨਾ ਕਰ ਦਿੱਤਾ। ਇਹ ਕਹਿੰਦੀ ਹੈ ਕਿ ਮੇਰੇ ਕੋਲ ਪਹਿਲਾਂ ਹੀ ਬਹੁਤ ਬੱਚੇ ਹਨ, ਮੈਂ ਦੀਪਿਕਾ ਦਾ ਬੋਝ ਨਹੀਂ ਚੁੱਕ ਸਕਦੀ, ਇਸ ਲਈ ਤੂੰ ਹੁਣ ਸਾਡੇ ਨਾਲ ਹੀ ਰਹੇਂਗੀ। ਮੈਂ ਤਾਂ ਬਹੁਤ ਛੋਟੀ ਸੀ, ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆ ਰਹੀ ਸੀ, ਇਸ ਲਈ ਮੈਂ ਰੋਣਾ ਸ਼ੁਰੂ ਕਰ ਦਿੱਤਾ। ਤਾਂ ਅੰਕਲ ਨੇ ਮੈਨੂੰ ਡਾਂਟ ਕੇ ਚੁੱਪ ਕਰਵਾ ਦਿੱਤਾ। ਹੁਣ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਘਰ ਚਲੀ ਗਈ। ਉਹਨਾਂ ਦਾ ਘਰ ਵੀ ਕਿਸੇ ਪਿੰਡ ਵਿੱਚ ਸਾਡੇ ਘਰ ਵਰਗਾ ਹੀ ਸੀ, ਪਰ ਉਹਨਾਂ ਦੇ ਘਰੇ ਕੋਈ ਬੱਚਾ ਨਹੀਂ ਸੀ। ਉਹ ਦੋਨੇ ਇਕੱਲੇ ਹੀ ਰਹਿੰਦੇ ਸਨ, ਇਸ ਲਈ ਮੈਨੂੰ ਖਾਣਾ ਖਾਣ ਲਈ ਪੇਟ ਭਰ ਰੋਟੀ ਮਿਲ ਜਾਂਦੀ ਸੀ, ਪਰ ਪਿਆਰ ਨਹੀਂ ਮਿਲਦਾ ਸੀ। ਪਹਿਲਾਂ ਤਾਂ ਮੈਨੂੰ ਆਪਣੇ ਮਾਂ ਪਾਪਾ ਅਤੇ ਭੈਣ ਭਰਾਵਾਂ ਦੀ ਬਹੁਤ ਯਾਦ ਆਉਂਦੀ ਸੀ, ਪਰ ਹੌਲੀ-ਹੌਲੀ ਮੈਂ ਉਹਨਾਂ ਨੂੰ ਭੁੱਲਣ ਲੱਗੀ ਅਤੇ ਆਪਣੇ ਨਵੇਂ ਮੰਮੀ ਪਾਪਾ ਦੇ ਕੋਲ ਮੇਰਾ ਦਿਲ ਲੱਗ ਗਿਆ। ਮੇਰੇ ਨਵੇਂ ਪਾਪਾ ਸ਼ਹਿਰ ਤੋਂ ਮਾਲ ਲਿਆ ਕੇ ਪਿੰਡ ਦੀਆਂ ਦੁਕਾਨਾਂ 'ਤੇ ਸਪਲਾਈ ਕਰਦੇ ਸਨ ਅਤੇ ਮਾਂ ਘਰ ਵਿੱਚ ਬੱਚਿਆਂ ਦੇ ਕੱਪੜੇ ਵੇਚਦੀ ਸੀ। ਪਿੰਡ ਦੀਆਂ ਬਹੁਤ ਸਾਰੀਆਂ ਔਰਤਾਂ ਉੱਥੋਂ ਕੱਪੜਾ ਲੈਣ ਲਈ ਆਉਂਦੀਆਂ ਸਨ। ਮਾਂ ਨੇ ਉਹਨਾਂ ਨੂੰ ਦੱਸਿਆ ਕਿ ਇਹ ਦੀਪਿਕਾ ਹੈ ਅਤੇ ਸਾਡੀ ਬੇਟੀ ਹੈ। ਅਸੀਂ ਇਸ ਨੂੰ ਇੱਕ ਅਨਾਥ ਆਸ਼ਰਮ ਵਿੱਚੋਂ ਗੋਦ ਲਿਆ ਹੈ। ਇਹ ਸੁਣ ਕੇ ਸਾਰੀਆਂ ਔਰਤਾਂ ਮੇਰੀ ਨਵੀਂ ਮਾਂ ਦੀ ਤਾਰੀਫ ਕਰਨ ਲੱਗੀਆਂ ਅਤੇ ਮੈਂ ਹੈਰਾਨ ਹੋ ਜਾਂਦੀ ਕਿ ਮੈਨੂੰ ਤਾਂ ਕਿਸੇ ਅਨਾਥ ਆਸ਼ਰਮ ਵਿੱਚੋਂ ਨਹੀਂ ਲਿਆ ਗਿਆ, ਬਲਕਿ ਮੈਂ ਤਾਂ ਮੇਲੇ ਵਿੱਚ ਗੁੰਮ ਹੋ ਗਈ ਸੀ। ਫਿਰ ਮੈਨੂੰ ਮੇਰੀ ਮਾਂ ਯਾਦ ਆ ਜਾਂਦੀ, ਜਿਸ ਨੇ ਮੈਨੂੰ ਆਪਣੇ ਕੋਲ ਰੱਖਣ ਤੋਂ ਮਨਾ ਕਰ ਦਿੱਤਾ ਸੀ। ਇਸ ਲਈ ਹੁਣ ਮੈਂ ਆਪਣੀ ਸਕੀ ਮਾਂ ਨਾਲ ਨਫ਼ਰਤ ਕਰਨ ਲੱਗ ਗਈ ਸੀ। ਮੇਰੀ ਨਵੀਂ ਮੰਮੀ ਪਾਪਾ ਨੇ ਮੈਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਮੇਰਾ ਛੋਟਾ ਜਿਹਾ ਪਿੰਡ ਸੀ, ਪਰ ਉਸ ਦੇ ਬਾਵਜੂਦ ਉੱਥੇ ਸਕੂਲ ਬਣਿਆ ਹੋਇਆ ਸੀ। ਮੈਂ ਵੀ ਉੱਥੇ ਹੀ ਪੜ੍ਹਨ ਲੱਗ ਗਈ। ਮਾਂ ਸਾਰਾ ਦਿਨ ਘਰ ਦੇ ਕੰਮ ਅਤੇ ਕੱਪੜੇ ਵੇਚਣ ਵਿੱਚ ਬਿਜ਼ੀ ਰਹਿੰਦੀ ਸੀ ਅਤੇ ਪਾਪਾ ਨੂੰ ਆਪਣੇ ਕੰਮਾਂ ਤੋਂ ਵਿਹਲ ਨਾ ਮਿਲਦੀ। ਪਤਾ ਨਹੀਂ ਇਹ ਲੋਕ ਮੈਨੂੰ ਆਪਣੇ ਕੋਲ ਆਪਣੇ ਘਰ ਕਿਉਂ ਲੈ ਕੇ ਆਏ ਸੀ। ਇਹ ਲੋਕ ਮੇਰੇ ਨਾਲ ਕੋਈ ਖਾਸ ਮਤਲਬ ਨਹੀਂ ਰੱਖਦੇ ਸੀ। ਦੋਨੋਂ ਆਪਣੇ ਆਪਣੇ ਕੰਮਾਂ ਵਿੱਚ ਬਿਜ਼ੀ ਰਹਿੰਦੇ। ਇਹ ਮੈਨੂੰ ਆਪਣੀ ਬੇਟੀ ਬਣਾ ਕੇ ਲੈ ਤਾਂ ਆਏ, ਪਰ ਬੇਟੀ ਵਾਲਾ ਪਿਆਰ ਨਹੀਂ ਦਿੰਦੇ ਸੀ। ਜਿਵੇਂ ਮੈਂ ਵੱਡੀ ਹੁੰਦੀ ਗਈ ਤਾਂ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੇ ਵਿਆਹ ਨੂੰ 15 ਸਾਲ ਬੀਤ ਗਏ ਹਨ, ਪਰ ਇਸ ਦੇ ਬਾਵਜੂਦ ਇਹਨਾਂ ਦੇ ਕੋਈ ਬੱਚਾ ਨਹੀਂ ਹੋਇਆ। ਇਸ ਲਈ ਇਹ ਮੈਨੂੰ ਆਪਣੀ ਬੇਟੀ ਬਣਾ ਕੇ ਆਪਣੇ ਘਰ ਲੈ ਆਏ ਹਨ। ਇਸ ਤਰ੍ਹਾਂ ਟਾਈਮ ਲੰਘਦਾ ਗਿਆ। ਮੈਨੂੰ ਬੇਟੀ ਬਣਾ ਕੇ ਲੈ ਤਾਂ ਆਏ, ਪਰ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਦਿੰਦੇ ਸੀ। ਮੈਂ ਵੀ ਆਪਣੀ ਪੜ੍ਹਾਈ ਅਤੇ ਥੋੜ੍ਹਾ ਬਹੁਤ ਘਰ ਦੇ ਕੰਮਾਂ ਵਿੱਚ ਬਿਜ਼ੀ ਰਹਿਣ ਲੱਗ ਗਈ। ਮੇਰੇ ਪਾਪਾ ਦਾ ਸੁਭਾਅ ਬਹੁਤ ਸਖਤ ਸੀ, ਇਸ ਲਈ ਮਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਉੱਤੇ ਡਾਂਟ ਦਿੰਦੇ, ਪਰ ਮੈਨੂੰ ਬਹੁਤ ਘੱਟ ਡਾਂਟ ਪੈਂਦੀ ਸੀ, ਕਿਉਂਕਿ ਪਾਪਾ ਸਾਰਾ ਗੁੱਸਾ ਮਾਂ ਉੱਤੇ ਹੀ ਕੱਢ ਦਿੰਦੇ ਸੀ ਅਤੇ ਮਾਂ ਆਪਣਾ ਸਾਰਾ ਗੁੱਸਾ ਮੇਰੇ ਉੱਤੇ ਕੱਢ ਦਿੰਦੀ। ਉਹ ਮੈਨੂੰ ਮਾਰਦੀ ਤਾਂ ਨਹੀਂ ਸੀ, ਪਰ ਆਪਣੀਆਂ ਗੱਲਾਂ ਵਿੱਚ ਮੇਰਾ ਦਿਲ ਜ਼ਰੂਰ ਸਾੜਦੀ ਰਹਿੰਦੀ ਸੀ। ਮੈਂ ਸੋਚਦੀ ਸੀ ਕਿ ਜੇ ਇਹਨਾਂ ਲੋਕਾਂ ਨੂੰ ਬੱਚੇ ਦੀ ਕੋਈ ਜ਼ਰੂਰਤ ਨਹੀਂ ਸੀ ਤਾਂ ਫਿਰ ਇਹ ਮੈਨੂੰ ਉੱਥੋਂ ਕਿਉਂ ਲੈ ਕੇ ਆਏ। ਸ਼ਾਇਦ ਆਪਣਾ ਇਕੱਲਾਪਨ ਦੂਰ ਕਰਨ ਵਾਸਤੇ, ਜਾਂ ਫਿਰ ਲੋਕਾਂ ਦੀਆਂ ਗੱਲਾਂ ਤੋਂ ਬਚਣ ਲਈ। ਖੈਰ, ਮੈਨੂੰ ਮੇਰੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਸੀ। ਇੱਦਾਂ ਹੀ ਟਾਈਮ ਲੰਘਦਾ ਗਿਆ ਤੇ ਮੈਂ ਜਵਾਨ ਹੁੰਦੀ ਗਈ। ਮੈਂ 12ਵੀਂ ਕਲਾਸ ਤੱਕ ਪੜ੍ਹਾਈ ਕਰ ਲਈ। ਮੈਂ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਮੈਂ ਆਪਣੇ ਪਾਪਾ ਨੂੰ ਕਿਹਾ ਕਿ ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ, ਇਸ ਲਈ ਮੈਨੂੰ ਸ਼ਹਿਰ ਭੇਜ ਦਿਓ, ਪਰ ਪਾਪਾ ਕਹਿਣ ਲੱਗੇ ਸਾਡੇ ਘਰ ਵਿੱਚ ਕੁੜੀਆਂ ਇੰਨਾ ਜ਼ਿਆਦਾ ਨਹੀਂ ਪੜ੍ਹਦੀਆਂ, ਇਸ ਲਈ ਮੈਂ ਤੈਨੂੰ ਅੱਗੇ ਨਹੀਂ ਪੜ੍ਹਾ ਸਕਦਾ। ਮੈਂ ਚੁੱਪ ਹੋ ਗਈ ਅਤੇ ਮੈਂ ਪਾਪਾ ਨਾਲ ਬਹੁਤ ਘੱਟ ਬੋਲਦੀ। ਜਦੋਂ ਕੁਝ ਦਿਨ ਪਾਪਾ ਨੇ ਇਹ ਮਹਿਸੂਸ ਕੀਤਾ ਕਿ ਮੈਂ ਹੁਣ ਉਦਾਸ ਰਹਿਣ ਲੱਗ ਗਈ ਹਾਂ, ਤਾਂ ਉਹ ਮੇਰੀ ਉਦਾਸੀ ਦੀ ਵਜ੍ਹਾ ਜਾਣ ਗਏ। ਉਹ ਸਮਝ ਗਿਆ ਕਿ ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ। ਇਸ ਗੱਲ ਦਾ ਮੇਰੇ ਉੱਪਰ ਇੰਨਾ ਅਸਰ ਹੋਇਆ ਕਿ ਮੈਂ ਬਿਮਾਰ ਹੋ ਗਈ, ਕਿਉਂਕਿ ਮੈਂ ਖਾਣਾ ਪੀਣਾ ਵੀ ਘੱਟ ਕਰ ਦਿੱਤਾ ਸੀ। ਮੈਂ ਕਿਸੇ ਵੀ ਕੰਮ ਵਿੱਚ ਦਿਲਚਸਪੀ ਨਹੀਂ ਲੈਂਦੀ ਸੀ। ਤਾਂ ਪਾਪਾ ਨੇ ਮੈਨੂੰ ਇਸ ਸ਼ਰਤ 'ਤੇ ਸ਼ਹਿਰ ਭੇਜਣ ਦਾ ਫੈਸਲਾ ਲਿਆ ਕਿ ਮੈਂ ਕਦੀ ਵੀ ਉਹਨਾਂ ਦਾ ਵਿਸ਼ਵਾਸ ਨਹੀਂ ਤੋੜੂੰਗੀ। ਮੈਂ ਪਾਪਾ ਨਾਲ ਵਾਅਦਾ ਕੀਤਾ, ਮੈਂ ਇਹੋ ਜਿਹਾ ਕੁਝ ਨਹੀਂ ਕਰੂੰਗੀ। ਤਾਂ ਉਹਨਾਂ ਨੇ ਮੈਨੂੰ ਸ਼ਹਿਰ ਉਸ ਆਂਟੀ ਕੋਲ ਭੇਜ ਦਿੱਤਾ, ਜਿਸ ਕੋਲੋਂ ਉਹ ਮੈਨੂੰ ਲੈ ਕੇ ਆਏ ਸੀ। ਆਂਟੀ ਪਹਿਲਾਂ ਤੋਂ ਹੁਣ ਬੁੱਢੀ ਹੋ ਚੁੱਕੀ ਸੀ, ਪਰ ਹੁਣ ਵੀ ਉਹ ਇਕੱਲੀ ਰਹਿੰਦੀ ਸੀ। ਉਹਨਾਂ ਦੇ ਕੰਮਕਾਰ ਵਾਸਤੇ ਘਰ ਵਿੱਚ ਨੌਕਰ ਸਨ। ਉਹ 24 ਘੰਟੇ ਘਰ ਵਿੱਚ ਇਕੱਲੀ ਰਹਿੰਦੀ ਸੀ। ਉੱਥੇ ਰਹਿਣ ਤੋਂ ਕੁਝ ਦਿਨ ਬਾਅਦ ਮੈਨੂੰ ਪਤਾ ਚੱਲਿਆ ਆਂਟੀ ਆਪਣਾ ਇੱਕ ਮੈਰਿਜ ਬਿਊਰੋ ਚਲਾਉਂਦੀ ਹੈ ਅਤੇ ਜਿਨ੍ਹਾਂ ਸ਼ਾਦੀशुदा ਜੋੜਿਆਂ ਦੇ ਔਲਾਦ ਦੀ ਜ਼ਰੂਰਤ ਹੈ, ਉਹਨਾਂ ਨੂੰ ਕਿਤੋਂ ਨਾ ਕਿਤੋਂ ਬੱਚਾ ਲਿਆ ਕੇ ਦਿੰਦੀ ਹੈ। ਮੈਂ ਬਹੁਤ ਹੈਰਾਨ ਹੋਈ ਕਿ ਇਹਨਾਂ ਕੋਲ ਬੱਚੇ ਆਉਂਦੇ ਕਿੱਥੋਂ ਹਨ। ਇਹ ਸਵਾਲ ਮੈਂ ਆਂਟੀ ਨੂੰ ਪੁੱਛ ਲਿਆ। ਮੇਰੇ ਸਵਾਲ ਪੁੱਛਣ ਤੋਂ ਪਹਿਲਾਂ ਤਾਂ ਆਂਟੀ ਥੋੜ੍ਹਾ ਘਬਰਾ ਗਈ, ਫਿਰ ਕਹਿਣ ਲੱਗੀ ਕਿ ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਨਹੀਂ ਹੁੰਦੇ ਅਤੇ ਉਹ ਅਨਾਥ ਹੋ ਜਾਂਦੇ ਹਨ, ਇਹੋ ਜਿਹੇ ਬੱਚੇ ਕੁਝ ਲੋਕ ਮੇਰੇ ਕੋਲ ਭੇਜ ਦਿੰਦੇ ਹਨ।
ਜਾਂ ਫਿਰ ਅੱਜ ਕੱਲ੍ਹ ਦਾ ਜ਼ਮਾਨਾ ਖਰਾਬ ਹੈ, ਲੜਕੀਆਂ ਵਿਆਹ ਤੋਂ ਪਹਿਲਾਂ ਮਾਂ ਬਣ ਜਾਂਦੀਆਂ ਹਨ ਤਾਂ ਉਹ ਆਪਣੇ ਬੱਚੇ ਨੂੰ ਪਹਿਲਾਂ ਤਾਂ ਜਨਮ ਦੇਣ ਤੋਂ ਪਹਿਲਾਂ ਹੀ ਮਾਰ ਦਿੰਦੀਆਂ ਹਨ। ਪਰ ਮੈਨੂੰ ਪਤਾ ਚੱਲ ਜਾਏ ਤਾਂ ਮੈਂ ਉਹਨਾਂ ਨੂੰ ਸਮਝਾ ਦਿੰਦੀ ਹਾਂ ਕਿ 9 ਮਹੀਨੇ ਤੱਕ ਤੁਸੀਂ ਇਸ ਨੂੰ ਬੱਚੇ ਨੂੰ ਰੱਖੋ, ਕਿਸੇ ਨੂੰ ਨਾ ਦੱਸਣਾ, ਅਤੇ ਫਿਰ 9 ਮਹੀਨਿਆਂ ਤੋਂ ਬਾਅਦ ਜਿਵੇਂ ਬੱਚੇ ਦਾ ਜਨਮ ਹੁੰਦਾ ਹੈ ਉਹ ਬੱਚਾ ਮੈਨੂੰ ਦੇ ਦੇਣਾ। ਬਦਲੇ ਵਿੱਚ ਮੈਂ ਬੱਚੇ ਦੀ ਮਾਂ ਨੂੰ ਕੁਝ ਪੈਸੇ ਦੇ ਦਿੰਦੀ ਹਾਂ। ਇਸ ਤਰ੍ਹਾਂ ਬੱਚਿਆਂ ਦੀ ਜ਼ਿੰਦਗੀ ਵੀ ਬਚ ਜਾਂਦੀ ਹੈ ਅਤੇ ਬੇਔਲਾਦ ਜੋੜਿਆਂ ਦਾ ਵੀ ਭਲਾ ਹੋ ਜਾਂਦਾ ਹੈ। ਆਂਟੀ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਆਂਟੀ ਇੰਨਾ ਵਧੀਆ ਕੰਮ ਕਰਦੀ ਹੈ। ਉਹਨਾਂ ਨੇ ਘਰ ਵਿੱਚ ਇੱਕ ਕਮਰੇ ਵਿੱਚ ਆਪਣਾ ਆਫਿਸ ਬਣਾ ਰੱਖਿਆ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਪੜ੍ਹਾਈ ਦੇ ਨਾਲ ਨਾਲ ਤੁਹਾਡੀ ਕੰਮਾਂ ਵਿੱਚ ਮਦਦ ਕਰ ਦਿਆ ਕਰੂੰਗੀ। ਤਾਂ ਉਹਨਾਂ ਨੇ ਮੈਨੂੰ ਆਪਣੇ ਨਾਲ ਹਿਸਾਬ ਕਿਤਾਬ ਲਈ ਰੱਖ ਲਿਆ, ਕਿਉਂਕਿ ਮੇਰੀ ਅੰਗਰੇਜ਼ੀ ਬਹੁਤ ਵਧੀਆ ਸੀ ਅਤੇ ਮੈਂ ਹਿਸਾਬ ਕਿਤਾਬ ਵਿੱਚ ਵੀ ਬਹੁਤ ਹੁਸ਼ਿਆਰ ਸੀ। ਹੁਣ ਹੌਲੀ ਹੌਲੀ ਮੈਂ ਉਹਨਾਂ ਦਾ ਕੰਮ ਦੇਖਣ ਲੱਗ ਗਈ। ਕਾਲਜ ਤੋਂ ਵਾਪਸ ਆ ਕੇ ਮੈਂ ਉਹਨਾਂ ਦੇ ਆਫਿਸ ਵਿੱਚ ਕੰਮ ਕਰਦੀ ਅਤੇ ਫਿਰ ਸ਼ਾਮ ਨੂੰ ਥੋੜ੍ਹੀ ਦੇਰ ਪੜ੍ਹਨ ਤੋਂ ਬਾਅਦ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਕਰਦੀ ਅਤੇ ਆਪਣੇ ਕਮਰੇ ਵਿੱਚ ਚਲੀ ਜਾਂਦੀ। ਬਸ ਇਹੀ ਮੇਰੀ ਰੂਟੀਨ ਸੀ। ਇਸ ਤਰ੍ਹਾਂ 6 ਮਹੀਨੇ ਬੀਤ ਗਏ। ਇਹਨਾਂ 6 ਮਹੀਨਿਆਂ ਵਿੱਚ ਮੈਂ ਆਪਣੇ ਘਰ 3 ਤੋਂ 4 ਵਾਰ ਹੀ ਗਈ, ਕਿਉਂਕਿ ਪਾਪਾ 2-3 ਹਫ਼ਤੇ ਬਾਅਦ ਸ਼ਹਿਰ ਦਾ ਚੱਕਰ ਲਗਾਉਂਦੇ ਰਹਿੰਦੇ ਸੀ ਤਾਂ ਮੈਨੂੰ ਮਿਲਣ ਆ ਜਾਂਦੇ ਸੀ। ਉਹ ਹਰ ਮਹੀਨੇ ਕੁਝ ਪੈਸੇ ਵੀ ਮੈਨੂੰ ਦੇ ਦਿੰਦੇ ਸੀ। ਪਰ ਹੁਣ ਆਂਟੀ ਵੀ ਮੈਨੂੰ ਮੇਰੇ ਕੰਮ ਦੇ ਪੈਸੇ ਦੇਣ ਲੱਗ ਗਈ। ਇਸ ਲਈ ਮੈਂ ਪਾਪਾ ਤੋਂ ਪੈਸੇ ਲੈਣ ਤੋਂ ਮਨਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਚਲੋ ਇਹ ਪੈਸੇ ਮੈਂ ਤੇਰੇ ਲਈ ਸੇਵ ਕਰਕੇ ਰੱਖਦਾ ਹਾਂ, ਅੱਗੇ ਤੇਰੇ ਫਿਊਚਰ ਵਿੱਚ ਕੰਮ ਆਉਣਗੇ। ਮੈਂ ਤੇਰੇ ਲਈ ਕਮੇਟੀ ਪਾ ਦਿੰਦਾ ਹਾਂ। ਮੈਂ ਪਾਪਾ ਦੀ ਗੱਲ ਖਾਮੋਸ਼ ਹੋ ਕੇ ਖੜੀ ਰਹੀ। ਮੈਂ ਵਿਆਹ ਦੇ ਬਾਰੇ ਵਿੱਚ ਨਹੀਂ ਸੋਚਣਾ ਚਾਹੁੰਦੀ ਸੀ, ਕਿਉਂਕਿ ਅਜੇ ਮੈਂ ਹੋਰ ਪੜ੍ਹਨਾ ਚਾਹੁੰਦੀ ਸੀ। ਫਿਰ ਕਾਲਜ ਵਿੱਚ ਮੇਰੀ ਇੱਕ ਲੜਕੇ ਨਾਲ ਦੋਸਤੀ ਹੋ ਗਈ। ਨੋਟਸ ਦੇ ਸਿਲਸਿਲੇ ਵਿੱਚ ਮੇਰੀ ਉਸ ਨਾਲ ਗੱਲਬਾਤ ਹੋਣ ਲੱਗ ਗਈ, ਜੋ ਹੌਲੀ ਹੌਲੀ ਦੋਸਤੀ ਵਿੱਚ ਬਦਲ ਗਈ। ਅਸੀਂ ਦੋਨੇ ਇੱਕ ਹੀ ਕਲਾਸ ਵਿੱਚ ਪੜ੍ਹਦੇ ਸੀ, ਇਸ ਲਈ ਦੋਸਤੀ ਪਿਆਰ ਵਿੱਚ ਬਦਲ ਗਈ। ਉਸ ਲੜਕੇ ਦਾ ਨਾਮ ਰਮਨ ਸੀ। ਰਮਨ ਦਾ ਸਬੰਧ ਇੱਕ ਅਮੀਰ ਘਰਾਣੇ ਨਾਲ ਸੀ। ਜਦੋਂ ਉਸਨੇ ਮੈਨੂੰ ਆਪਣੇ ਬਾਰੇ ਸਭ ਕੁਝ ਦੱਸਿਆ ਤਾਂ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਸਦੇ ਘਰ ਵਾਲੇ ਮੇਰੇ ਵਰਗੀ ਗਰੀਬ ਲੜਕੀ ਨੂੰ ਕਿਵੇਂ ਪਸੰਦ ਕਰਨਗੇ। ਰਮਨ ਕਹਿਣ ਲੱਗਿਆ, ਮੇਰੇ ਮੰਮੀ ਪਾਪਾ ਪੁਰਾਣੀ ਸੋਚ ਦੇ ਮਾਲਕ ਨਹੀਂ, ਬਲਕਿ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਵੇਗਾ ਕਿ ਤੇਰਾ ਬੈਕਗਰਾਉਂਡ ਕੀ ਹੈ, ਕਿਉਂਕਿ ਤੂੰ ਵੈਸੇ ਵੀ ਬਹੁਤ ਖੂਬਸੂਰਤ ਹੈ ਅਤੇ ਬਹੁਤ ਹੀ ਇੰਟੈਲੀਜੈਂਟ ਲੜਕੀ ਹੈ। ਰਮਨ ਦੀਆਂ ਗੱਲਾਂ ਤੋਂ ਮੈਨੂੰ ਇੱਕ ਤਸੱਲੀ ਤਾਂ ਹੋ ਗਈ ਸੀ ਕਿ ਪਰ ਫਿਰ ਵੀ ਦਿਲ ਵਿੱਚ ਇੱਕ ਅਜੀਬ ਜਿਹਾ ਡਰ ਸਤਾ ਰਿਹਾ ਸੀ। ਮੈਨੂੰ ਉਸਦੇ ਘਰ ਵਾਲਿਆਂ ਤੋਂ ਵੀ ਡਰ ਲੱਗ ਰਿਹਾ ਸੀ, ਪਰ ਮੈਂ ਨਹੀਂ ਜਾਣਦੀ ਸੀ ਅਸਲ ਵਿੱਚ ਸਮੱਸਿਆ ਮੇਰੇ ਘਰਦਿਆਂ ਨੂੰ ਹੀ ਹੋਵੇਗੀ। ਮੈਂ ਅਕਸਰ ਰਾਤ ਨੂੰ ਰਮਨ ਨਾਲ ਫ਼ੋਨ 'ਤੇ ਗੱਲਬਾਤ ਕਰਦੀ ਸੀ, ਇਸ ਲਈ ਆਂਟੀ ਨੂੰ ਮੇਰੇ ਉੱਤੇ ਸ਼ੱਕ ਹੋ ਗਿਆ। ਇੱਕ ਦਿਨ ਉਹ ਮੈਨੂੰ ਪੁੱਛਣ ਲੱਗੀ ਕਿ ਰਾਤ ਦੇ ਵਕਤ ਤੂੰ ਕਿਸ ਨਾਲ ਗੱਲ ਕਰਦੀ ਹੈ, ਕਿ ਕੋਈ ਲੜਕਾ ਹੈ ਜਿਸ ਨਾਲ ਤੇਰੀ ਦੋਸਤੀ ਹੋ ਗਈ ਹੈ। ਤਾਂ ਮੈਂ ਆਂਟੀ ਨੂੰ ਕਿਹਾ, ਮੇਰਾ ਕਲਾਸ ਵਿੱਚ ਇੱਕ ਫਰੈਂਡ ਹੈ ਅਤੇ ਬਹੁਤ ਚੰਗਾ ਲੜਕਾ ਹੈ। ਅਸੀਂ ਇੱਕ ਦੂਸਰੇ ਨੂੰ ਪਸੰਦ ਕਰਦੇ ਹਾਂ। ਇਹ ਸੁਣ ਕੇ ਆਂਟੀ ਮੁਸਕਰਾਉਣ ਲੱਗੀ ਅਤੇ ਕਹਿਣ ਲੱਗੀ ਕਿ ਖਿਆਲ ਰੱਖਣਾ, ਤੂੰ ਜਿਸ ਘਰ ਦੀ ਬੇਟੀ ਹੈ ਉਹ ਲੋਕ ਤੈਨੂੰ ਸ਼ਾਇਦ ਹੀ ਇਜਾਜ਼ਤ ਦੇਣ ਇਹਨਾਂ ਗੱਲਾਂ ਦੀ। ਮੈਂ ਆਂਟੀ ਨੂੰ ਕਿਹਾ ਕਿ ਰਮਨ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ ਤੇ ਆਂਟੀ ਨੇ ਕਿਹਾ ਕਿ ਚਲੋ ਦੇਖਦੇ ਹਾਂ, ਜੋ ਹੋਏਗਾ ਉਹ ਤੇਰੇ ਸਾਹਮਣੇ ਆ ਜਾਏਗਾ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਪੁੱਛੀ। ਮੈਨੂੰ ਉਹਨਾਂ ਕੋਲ ਰਹਿੰਦੇ ਹੋਏ 2 ਸਾਲ ਹੋਣ ਵਾਲੇ ਸੀ ਅਤੇ ਕੁਝ ਹੀ ਦਿਨਾਂ ਬਾਅਦ ਮੇਰੇ ਪੇਪਰ ਵੀ ਸ਼ੁਰੂ ਹੋਣ ਵਾਲੇ ਸੀ। ਇਸ ਲਈ ਮੈਂ ਇਹ ਸਾਰੀਆਂ ਗੱਲਾਂ ਸੋਚਣਾ ਨਹੀਂ ਚਾਹੁੰਦੀ ਸੀ ਅਤੇ ਆਪਣੇ ਪੇਪਰਾਂ ਦੀ ਤਿਆਰੀ ਵਿੱਚ ਮਗਨ ਹੋ ਗਈ। ਜਿਸ ਦਿਨ ਮੇਰਾ ਆਖਰੀ ਪੇਪਰ ਸੀ, ਮੈਂ ਉਸ ਦਿਨ ਪੇਪਰ ਦੇ ਕੇ ਘਰ ਆਈ ਤਾਂ ਆਂਟੀ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਹੀ ਸੀ। ਮੈਂ ਉਸ ਦੀ ਗੱਲ ਸੁਣੀ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਉਹ ਕਿਸੇ ਨੂੰ ਕਹਿ ਰਹੀ ਸੀ ਕਿ ਦੀਪਕਾ ਨੂੰ ਜਿਸ ਮੇਲੇ ਵਿੱਚੋਂ ਮੈਂ ਲੈ ਕੇ ਆਈ ਸੀ, ਉਸ ਪਿੰਡ ਵਿੱਚ ਮੇਰੀ ਇੱਕ ਸਹੇਲੀ ਰਹਿੰਦੀ ਹੈ ਜੋ ਦੀਪਕਾ ਦੇ ਅਸਲੀ ਮਾਂ-ਬਾਪ ਨੂੰ ਜਾਣਦੀ ਹੈ। ਇਹ ਸੁਣ ਕੇ ਮੈਂ ਚੁੱਪ ਕਰਕੇ ਉੱਥੇ ਹੀ ਖੜੀ ਹੋ ਗਈ, ਕਿਉਂਕਿ ਮੈਂ ਜਾਣਨਾ ਚਾਹੁੰਦੀ ਸੀ ਕਿ ਆਂਟੀ ਅੱਗੇ ਕੀ ਗੱਲ ਕਰੇਗੀ। ਪਰ ਜੋ ਮੈਂ ਸੁਣਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਆਂਟੀ ਫ਼ੋਨ 'ਤੇ ਕਿਸੇ ਨੂੰ ਕਹਿ ਰਹੀ ਸੀ ਕਿ ਦੀਪਕਾ ਨੂੰ ਮੈਂ ਆਪਣੇ ਜਾਣ ਪਹਿਚਾਣ ਵਾਲੇ ਇੱਕ ਬੇਔਲਾਦ ਜੋੜੇ ਨੂੰ ਵੇਚ ਦਿੱਤਾ ਹੈ, ਪਰ ਉਹਨਾਂ ਨੇ ਹੁਣ ਤੱਕ ਮੇਰੀ ਪੂਰੀ ਰਕਮ ਨਹੀਂ ਦਿੱਤੀ, ਜਦੋਂ ਕਿ ਹੁਣ ਜਵਾਨ ਹੋ ਗਈ ਹੈ ਅਤੇ ਮੇਰੇ ਕੋਲ ਹੀ ਰਹਿੰਦੀ ਹੈ। ਮੈਂ ਸੋਚ ਰਹੀ ਸੀ ਕਿ ਉਹ ਬਹੁਤ ਹੀ ਖੂਬਸੂਰਤ ਅਤੇ ਜਵਾਨ ਹੈ, ਕਿਉਂ ਨਾ ਮੈਂ ਇਸ ਨੂੰ ਇਹੋ ਜਿਹੇ ਹੱਥਾਂ ਵਿੱਚ ਵੇਚ ਦਿਆਂ ਜਿੱਥੇ ਮੈਨੂੰ ਫਾਇਦਾ ਮਿਲ ਸਕੇ। ਇਹ ਸੁਣਨ ਦੀ ਦੇਰ ਸੀ ਕਿ ਮੈਂ ਆਂਟੀ ਦੇ ਸਾਹਮਣੇ ਚਲੀ ਗਈ। ਮੈਨੂੰ ਦੇਖ ਕੇ ਉਹ ਇੱਕਦਮ
ਚੌਂਕ ਗਈ ਅਤੇ ਉਸਨੇ ਫ਼ੋਨ ਕੱਟ ਦਿੱਤਾ। ਮੈਂ ਉਹਨਾਂ ਦੇ ਵੱਲ ਹੈਰਾਨ ਹੋ ਕੇ ਦੇਖ ਰਹੀ ਸੀ। ਉਹ ਕਹਿਣ ਲੱਗੀ ਕਿ ਜੇ ਤੂੰ ਮੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਹਨ ਤਾਂ ਇਹ ਵੀ ਸੁਣ ਲੈ ਜੋ ਮੈਂ ਕਹਿ ਰਹੀ ਹਾਂ। ਇਹ ਸਭ ਸੱਚ ਹੈ। ਤੇਰੇ ਬਾਪ ਨੇ ਮੇਰੇ ਨਾਲ ਜੋ ਰਕਮ ਤੈਅ ਕੀਤੀ ਸੀ ਉਸ ਦਾ ਕੁਝ ਹਿੱਸਾ ਅਜੇ ਬਾਕੀ ਹੈ। ਹੁਣ ਤੂੰ ਹੀ ਦੱਸ ਕਿ ਮੈਨੂੰ ਹੋਰ ਪੈਸੇ ਮਿਲ ਜਾਣਗੇ ਜਾਂ ਖੁਦ ਮੈਂ ਰਕਮ ਵਸੂਲ ਕਰਾਂ। ਇਹ ਸੁਣ ਕੇ ਮੈਂ ਉੱਥੇ ਹੀ ਡਿੱਗ ਪਈ। ਮੈਂ ਉਸ ਦੇ ਅੱਗੇ ਹੱਥ ਜੋੜ ਦਿੱਤੇ ਅਤੇ ਕਿਹਾ ਕਿ ਰੱਬ ਦਾ ਵਾਸਤਾ ਤੁਸੀਂ ਮੇਰੇ ਨਾਲ ਇਹੋ ਜਿਹਾ ਕੁਝ ਨਾ ਕਰਨਾ। ਮੈਂ ਸਾਰਾ ਪੈਸਾ ਤੁਹਾਨੂੰ ਦੇ ਦਿਆਂਗੀ। ਫਿਰ ਦੂਸਰੇ ਦਿਨ ਪਾਪਾ ਮੈਨੂੰ ਲੈਣ ਆ ਪਹੁੰਚੇ ਤਾਂ ਮੈਂ ਆਂਟੀ ਦੇ ਸਾਹਮਣੇ ਹੀ ਪਾਪਾ ਨੂੰ ਪੁੱਛ ਲਿਆ ਕਿ ਤੁਸੀਂ ਮੈਨੂੰ ਕਿੰਨੇ ਪੈਸਿਆਂ ਵਿੱਚ ਖਰੀਦਿਆ ਸੀ ਜੋ ਹੁਣ ਤੱਕ ਇਹਨਾਂ ਨੂੰ ਨਹੀਂ ਦਿੱਤੇ। ਪਾਪਾ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਮੇਰੇ ਵੱਲ ਦੇਖਣ ਲੱਗ ਪਏ। ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਮੈਨੂੰ ਇਹ ਸਭ ਗੱਲਾਂ ਕਿਵੇਂ ਪਤਾ ਚੱਲ ਗਿਆ। ਤਾਂ ਮੈਂ ਉਹਨਾਂ ਨੂੰ ਇਹ ਸਭ ਦੱਸ ਦਿੱਤਾ। ਪਾਪਾ ਨੇ ਆਂਟੀ ਨੂੰ ਕਿਹਾ ਕਿ ਮੈਂ ਤੁਹਾਡੇ ਸਾਰੇ ਪੈਸੇ ਦੇ ਦਿੱਤੇ ਹਨ। ਹੁਣ ਤੁਸੀਂ ਕਿੰਨਾ ਪੈਸਿਆਂ ਦੀ ਗੱਲ ਕਰ ਰਹੇ ਹੋ ਅਤੇ ਇਹ ਸਾਰੀਆਂ ਗੱਲਾਂ ਤੁਹਾਨੂੰ ਦੀਪਿਕਾ ਦੇ ਸਾਹਮਣੇ ਕਰਨ ਦੀ ਕੀ ਜ਼ਰੂਰਤ ਸੀ। ਤਾਂ ਆਂਟੀ ਕਹਿਣ ਲੱਗੀ ਕਿ ਜੋ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਉਸ ਵਕਤ ਤਾਂ ਇਹ ਬਹੁਤ ਛੋਟੀ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਜਵਾਨ ਹੋ ਕੇ ਇੰਨੀ ਜ਼ਿਆਦਾ ਸੋਹਣੀ ਬਣ ਜਾਏਗੀ। ਮੈਨੂੰ ਹੋਰ ਪੈਸੇ ਦੇ ਦਿਓ ਨਹੀਂ ਤਾਂ ਮੈਂ ਆਪਣੇ ਪੈਸੇ ਕਿਸੇ ਹੋਰ ਤਰੀਕੇ ਨਾਲ ਕਮਾ ਸਕਦੀ ਹਾਂ। ਮੈਂ ਇਸ ਤਰ੍ਹਾਂ ਖੜੀ ਸੀ ਜਿਵੇਂ ਮੈਂ ਕਿਸੇ ਦੁਕਾਨ ਵਿੱਚ ਪਿਆ ਸਮਾਨ ਹੋਵਾਂ ਜਿਸ ਦੀ ਹਰ ਕੋਈ ਬੋਲੀ ਲਗਾ ਸਕਦਾ ਹੈ। ਮੇਰੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ। ਮੇਰੇ ਪਾਪਾ ਵੀ ਗੁੱਸੇ ਵਿੱਚ ਆ ਗਏ ਅਤੇ ਕਹਿਣ ਲੱਗੇ ਜੇਕਰ ਤੂੰ ਕੁਝ ਅਜਿਹਾ ਕੀਤਾ ਤਾਂ ਮੈਂ ਤੇਰੇ ਖਿਲਾਫ ਪੁਲਿਸ ਰਿਪੋਰਟ ਦਰਜ ਕਰਾਊਂਗਾ ਕਿ ਜੋ ਇਹ ਤੂੰ ਕਾਲਾ ਧੰਦਾ ਕਰਦੀ ਹੈ। ਸਭ ਕੁਝ ਪਰਦਾਫਾਸ਼ ਕਰ ਦਿਆਂਗਾ। ਇਹ ਸੁਣ ਕੇ ਆਂਟੀ ਥੋੜ੍ਹਾ ਡਰ ਗਈ। ਮੈਂ ਵੀ ਹੈਰਾਨ ਹੋ ਕੇ ਪਾਪਾ ਦੇ ਮੂੰਹ ਵੱਲ ਦੇਖਣ ਲੱਗੀ। ਕਿਹੜੇ ਕਾਲੇ ਧੰਦੇ ਦੀ ਗੱਲ ਕਰ ਰਹੇ ਹਨ ਇਹ ਲੋਕ। ਪਾਪਾ ਕਹਿਣ ਲੱਗੇ ਕਿ ਇਸ ਨੂੰ ਮੈਂ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ ਅਤੇ ਅੱਜ ਤੋਂ ਬਾਅਦ ਮੈਂ ਤੇਰੇ ਕੋਲ ਨਹੀਂ ਆਉਣ ਦਊਂਗਾ। ਉਸ ਵਕਤ ਆਂਟੀ ਨੇ ਗੁੱਸੇ ਵਿੱਚ ਆ ਕੇ ਪਾਪਾ ਨੂੰ ਰਮਨ ਦੇ ਬਾਰੇ ਵਿੱਚ ਸਭ ਕੁਝ ਦੱਸ ਦਿੱਤਾ ਕਿ ਤੁਹਾਡੀ ਬੇਟੀ ਕੀ ਗੁਣ ਖਿਲਾ ਰਹੀ ਹੈ। ਪਾਪਾ ਇਹ ਸੁਣ ਕੇ ਹੋਰ ਗੁੱਸੇ ਵਿੱਚ ਆ ਗਏ ਅਤੇ ਮੈਨੂੰ ਲੈ ਕੇ ਪਿੰਡ ਚਲੇ ਗਏ। ਪਿੰਡ ਜਾ ਕੇ ਮਾਂ ਨੂੰ ਸਭ ਦੱਸ ਦਿੱਤਾ। ਮਾਂ ਮੈਨੂੰ ਮਾਰਨ ਲੱਗੀ ਅਤੇ ਪਾਪਾ ਨੂੰ ਕਹਿਣ ਲੱਗੀ ਮੈਂ ਕਿਹਾ ਸੀ ਕਿ ਪਰਾਇਆ ਖੂਨ ਕਦੇ ਆਪਣਾ ਨਹੀਂ ਹੁੰਦਾ। ਦੇਖ ਲਓ ਹੁਣ ਇਸ ਕੁੜੀ ਨੇ ਵੀ ਉਹੀ ਕੁਝ ਕੀਤਾ। ਪਾਪਾ ਕਹਿਣ ਲੱਗੇ ਅਜਿਹਾ ਕੁਝ ਨਹੀਂ ਹੋਵੇਗਾ। 1 ਹਫ਼ਤੇ ਦੇ ਅੰਦਰ ਅੰਦਰ ਮੈਂ ਇਸ ਦਾ ਵਿਆਹ ਕਰ ਦਿਆਂਗਾ। ਜੇ ਸਾਨੂੰ ਪਰਾਇਆਪਨ ਵਿਖਾ ਸਕਦੀ ਹੈ ਤਾਂ ਮੈਂ ਵੀ ਦਿਖਾਊਂਗਾ ਕਿ ਪਰਾਇਆਪਨ ਹੁੰਦਾ ਕੀ ਹੈ। ਅੱਜ ਤੱਕ ਮੈਂ ਇਸ ਦਾ ਬਾਪ ਬਣ ਕੇ ਇਸ ਦੀ ਪਰਵਰਿਸ਼ ਕੀਤੀ ਹੈ ਪਰ ਹੁਣ ਇਹ ਮੇਰੀ ਬੇਇੱਜ਼ਤੀ ਦਾ ਅੰਜਾਮ ਭੁਗਤੇਗੀ। ਇਹ ਕਹਿ ਕੇ ਪਾਪਾ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਮੈਂ ਉਸ ਦਿਨ ਬਹੁਤ ਰੋਈ ਕਿਉਂਕਿ ਸਾਰੀ ਜ਼ਿੰਦਗੀ ਵਿੱਚ ਆਪਣੇ ਸਕੇ ਮਾਂ-ਬਾਪ ਨੂੰ ਬੁਰਾ ਭਲਾ ਕਹਿੰਦੀ ਰਹੀ ਅਤੇ ਇਹ ਸੋਚਦੀ ਰਹੀ ਕਿ ਮੇਰੀ ਮਾਂ ਜਾਣ-ਬੁੱਝ ਕੇ ਮੈਨੂੰ ਛੱਡ ਗਈ ਸੀ। ਪਰ ਹਕੀਕਤ ਤਾਂ ਕੁਝ ਹੋਰ ਹੀ ਸੀ ਕਿ ਉਹ ਵਿਚਾਰੀ ਅੱਜ ਤੱਕ ਮੇਰੇ ਲਈ ਤਰਸਦੀ ਹੋਏਗੀ। ਆਂਟੀ ਨੇ ਮੈਨੂੰ ਮੇਲੇ 'ਚ ਅਗਵਾ ਕਰ ਲਿਆ ਸੀ ਅਤੇ ਫਿਰ ਪੈਸੇ ਲੈ ਕੇ ਇਹਨਾਂ ਲੋਕਾਂ ਨੂੰ ਵੇਚ ਦਿੱਤਾ ਸੀ ਜਿਨ੍ਹਾਂ ਨੇ ਮੇਰੀ ਕਦਰ ਨਹੀਂ ਸੀ ਕੀਤੀ। ਇਸ ਨਾਲੋਂ ਤਾਂ ਚੰਗਾ ਸੀ ਇਹ ਲੋਕ ਮੈਨੂੰ ਮਾਰ ਹੀ ਦਿੰਦੇ। ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਪਤਾ ਨਹੀਂ ਮੈਂ ਕਿਸ ਪਿੰਡ ਵਿੱਚੋਂ ਸੀ ਅਤੇ ਮੇਰੀ ਮੰਮੀ ਪਾਪਾ ਕੌਣ ਹਨ। ਇਹੀ ਗੱਲਾਂ ਸੋਚਦੇ ਹੋਏ ਮੇਰਾ ਦਿਮਾਗ ਸੁੰਨ ਹੋ ਰਿਹਾ ਸੀ। ਪਰ ਮੇਰੇ ਰੋਣ ਧੋਣ ਦਾ ਕਿਸੇ ਉੱਤੇ ਕੋਈ ਅਸਰ ਨਹੀਂ ਹੋਇਆ ਅਤੇ ਪਾਪਾ ਨੇ ਪਤਾ ਨਹੀਂ ਕਿਸ ਨਾਲ ਮੇਰਾ ਰਿਸ਼ਤਾ ਤੈਅ ਕਰ ਦਿੱਤਾ। ਮੈਂ ਬਹੁਤ ਰੋਈ ਅਤੇ ਆਪਣੇ ਪਾਪਾ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਰਮਨ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਉਹ ਬਹੁਤ ਚੰਗਾ ਲੜਕਾ ਹੈ। ਮੈਂ ਉਸ ਨੂੰ ਅਤੇ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਮੇਰੇ ਨਾਲ ਜ਼ੋਰ ਜ਼ਬਰਦਸਤੀ ਨਾ ਕਰੋ। ਪਰ ਮੇਰੇ ਮੂੰਹ ਵਿੱਚੋਂ ਕਿਸੇ ਗੈਰ ਲੜਕੇ ਦਾ ਨਾਮ ਸੁਣ ਕੇ ਪੁਰਾਣੇ ਖਿਆਲਾਤ ਵਾਲੇ ਮੇਰੇ ਪਾਪਾ ਹੋਰ ਵੀ ਗੁੱਸੇ ਵਿੱਚ ਆ ਗਏ ਅਤੇ ਉਹਨਾਂ ਨੇ ਮੇਰੇ ਮੂੰਹ ਉੱਤੇ ਜ਼ੋਰਦਾਰ ਥੱਪੜ ਮਾਰਿਆ। ਮੈਂ ਲੜਖੜਾ ਕੇ ਡਿੱਗ ਪਈ ਅਤੇ ਕਹਿਣ ਲੱਗੇ ਜਿੱਥੇ ਮੈਂ ਤੇਰਾ ਰਿਸ਼ਤਾ ਤੈਅ ਕੀਤਾ ਹੈ ਉੱਥੇ ਹੀ ਤੇਰਾ ਵਿਆਹ ਹੋਵੇਗਾ ਅਤੇ ਵਿਆਹ ਤੋਂ ਬਾਅਦ ਤੇਰਾ ਸਾਡੇ ਨਾਲ ਕੋਈ ਸਬੰਧ ਨਹੀਂ ਰਹੇਗਾ। ਅਸੀਂ ਪਹਿਲਾਂ ਵੀ ਬੇਔਲਾਦ ਸੀ ਅਤੇ ਤੈਨੂੰ ਇਸ ਘਰ ਤੋਂ ਭੇਜਣ ਤੋਂ ਬਾਅਦ ਵੀ ਬੇਔਲਾਦ ਹੀ ਜ਼ਿੰਦਗੀ ਜਿਉਂ ਲਵਾਂਗੇ। ਅਤੇ ਪਾਪਾ ਨੇ ਜੋ ਕਿਹਾ ਉਸ ਅਨੁਸਾਰ 1 ਹਫ਼ਤੇ ਬਾਅਦ ਮੇਰਾ ਵਿਆਹ ਤੈਅ ਕਰ ਦਿੱਤਾ। ਰਮਨ ਦਾ ਪਿਆਰ ਦਿਲ ਵਿੱਚ ਦਫਨ ਕਰਕੇ ਮੈਂ ਰਾਜ ਦੀ ਪਤਨੀ ਬਣ ਕੇ ਉਸ ਦੇ ਘਰ ਚਲੀ ਗਈ। ਰਾਜ ਦਾ ਸਬੰਧ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੀ। ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤ ਸੀ। ਉਸ ਦੇ ਪਾਪਾ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮਾਂ ਮੇਰਾ ਜੀਣਾ ਹਰਾਮ ਕਰਨ ਲਈ ਅਜੇ ਵੀ ਜਿੰਦਾ ਸੀ। ਰਾਜ ਉਮਰ ਵਿੱਚ ਮੇਰੇ ਨਾਲੋਂ ਜ਼ਿਆਦਾ ਵੱਡਾ ਸੀ। ਦੇਖਣ ਵਿੱਚ ਵੀ ਭੱਦੀ ਸ਼ਕਲ ਸੂਰਤ ਦਾ ਸੀ। ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਪਤਾ ਨਹੀਂ ਮੇਰੇ ਮਾਂ-ਪਾਪਾ ਨੇ ਕੀ ਦੇਖ ਕੇ ਮੇਰਾ ਵਿਆਹ ਰਾਜ ਨਾਲ ਕਰ ਦਿੱਤਾ। ਉਹਨਾਂ ਦੀ ਆਪਣੀ ਬੇਟੀ ਹੁੰਦੀ ਤਾਂ ਕਦੇ ਵੀ ਉਸ ਨਾਲ ਇਸ ਤਰ੍ਹਾਂ ਨਾ ਕਰਦੇ।
ਉਹਨਾਂ ਨੇ ਪਤਾ ਨਹੀਂ ਮੇਰੇ ਤੋਂ ਕਿਹੜਾ ਬਦਲਾ ਲਿਆ ਜੋ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ। ਮੇਰੀ ਸੱਸ ਬਿਲਕੁਲ ਇੱਕ ਡਾਇਨ ਸੱਸ ਸੀ। ਹਰ ਵਕਤ ਉਸ ਦੇ ਮੂੰਹ ਵਿੱਚੋਂ ਕੁਝ ਨਾ ਕੁਝ ਨਿਕਲਦਾ ਹੀ ਰਹਿੰਦਾ ਸੀ ਜੋ ਮੇਰਾ ਦਿਮਾਗ ਖਰਾਬ ਕਰ ਦਿੰਦਾ। ਹੁਣ ਉਹ ਮੈਨੂੰ ਮੇਰੇ ਬਦ ਕਿਰਦਾਰ ਅਤੇ ਬਦਤਮੀਜ਼ ਹੋਣ ਦੇ ਤਾਨੇ ਦਿੰਦੀ ਰਹਿੰਦੀ। ਕਦੇ ਮੇਰੇ ਕੀਤੇ ਹੋਏ ਕੰਮਾਂ ਵਿੱਚ ਨੁਕਸ ਕੱਢਦੀ ਰਹਿੰਦੀ ਅਤੇ ਮੈਨੂੰ ਜਲੀਲ ਕਰਦੀ ਰਹਿੰਦੀ। ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਂ ਉਸ ਦੇ ਬੇਟੇ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ। ਇਸ ਵਜ੍ਹਾ ਨਾਲ ਹੀ ਉਹ ਮੇਰੇ ਨਾਲ ਬੁਰਾ ਸਲੂਕ ਕਰਦੀ ਸੀ। ਆਪਣੀ ਮਾਂ ਦੀ ਤਰ੍ਹਾਂ ਰਾਜ ਵੀ ਬਦ ਦਿਮਾਗ ਅਤੇ ਜਾਹਿਲ ਇਨਸਾਨ ਸੀ। ਜੇ ਉਹ ਦਿਲ ਦਾ ਚੰਗਾ ਹੁੰਦਾ ਤਾਂ ਸ਼ਾਇਦ ਹੌਲੀ-ਹੌਲੀ ਮੈਂ ਉਸ ਨੂੰ ਆਪਣਾ ਪਤੀ ਸਵੀਕਾਰ ਕਰ ਲੈਂਦੀ। ਵਿਆਹ ਦੇ ਸ਼ੁਰੂ ਵਿੱਚ ਮੈਂ ਸਮਝੌਤਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਰਾਜ ਅਨਪੜ੍ਹ, ਜਾਹਿਲ, ਗਵਾਰ ਅਤੇ ਪੁਰਾਣੀ ਸੋਚ ਦਾ ਮਾਲਿਕ ਸੀ। ਜੇ ਮੈਂ ਵਧੀਆ ਤਿਆਰ ਹੋ ਜਾਂਦੀ ਤਾਂ ਉਹ ਮੇਰੇ 'ਤੇ ਸ਼ੱਕ ਕਰਨ ਲੱਗ ਜਾਂਦਾ ਕਿ ਕਿਸੇ ਨੂੰ ਹੋਰ ਮਿਲਣ ਜਾ ਰਹੀ ਹੈ ਜੋ ਇੰਨਾ ਤਿਆਰ ਹੋ ਕੇ ਘਰ ਵਿੱਚ ਫਿਰ ਰਹੀ ਆ। ਚੰਗੀਆਂ ਔਰਤਾਂ ਦੇ ਇਹ ਲੱਛਣ ਨਹੀਂ ਹੁੰਦੇ। ਉਸ ਦੀ ਇਹ ਬਕਵਾਸ ਸੁਣ ਕੇ ਮੇਰਾ ਦਿਲ ਹੋਰ ਵੀ ਉਸ ਤੋਂ ਦੂਰ ਹੁੰਦਾ ਗਿਆ। ਫਿਰ ਤਾਂ ਮੈਂ ਉਸ ਦੀ ਸ਼ਕਲ ਵੀ ਦੇਖਣਾ ਪਸੰਦ ਨਹੀਂ ਕਰਦੀ ਸੀ। ਮੈਂ ਉਸ ਨਾਲ ਗੱਲਬਾਤ ਕਰਨਾ ਹੁਣ ਬਿਲਕੁਲ ਵੀ ਬੰਦ ਕਰ ਦਿੱਤਾ ਸੀ। ਹੁਣ ਤਾਂ ਰਾਜ ਨੇ ਹੌਲੀ-ਹੌਲੀ ਮੇਰੇ ਉੱਤੇ ਹੱਥ ਉਠਾਉਣਾ ਵੀ ਸ਼ੁਰੂ ਕਰ ਦਿੱਤਾ। ਉਹ ਆਪਣੀ ਮਾਂ ਦੀਆਂ ਗੱਲਾਂ ਵਿੱਚ ਆ ਜਾਂਦਾ ਅਤੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਾ। ਇੱਕ ਦਿਨ ਤਾਂ ਉਸਨੇ ਹੱਦ ਹੀ ਕਰ ਦਿੱਤੀ। ਆਪਣੀ ਮਾਂ ਦੇ ਕਹਿਣ 'ਤੇ ਰਾਜ ਨੇ ਮੈਨੂੰ ਡੰਡੇ ਨਾਲ ਕੁੱਟਿਆ। ਮੇਰੇ ਅੰਦਰ ਗੁੱਸਾ ਅਤੇ ਨਫ਼ਰਤ ਦੀ ਅੱਗ ਭੜਕ ਰਹੀ ਸੀ। ਮੈਂ ਰਾਜ ਦੇ ਹੱਥ ਵਿੱਚੋਂ ਡੰਡਾ ਖੋਹ ਲਿਆ ਅਤੇ ਆਪਣੀ ਸੱਸ ਦੇ ਕੋਲ ਜਾ ਕੇ ਖੜੀ ਹੋ ਗਈ। ਮੈਂ ਕਿਹਾ ਕਿ ਅੱਜ ਤੋਂ ਬਾਅਦ ਮੈਨੂੰ ਤੰਗ ਕੀਤਾ ਤਾਂ ਇਹ ਡੰਡਾ ਤੇਰੇ ਸਿਰ 'ਤੇ ਮਾਰ ਕੇ ਤੇਰਾ ਸਿਰ ਪਾੜ ਦਊਂਗੀ। ਬਹੁਤ ਸਹਿ ਲਿਆ ਮੈਂ ਤੁਹਾਡੇ ਲੋਕਾਂ ਦੇ ਜ਼ੁਲਮ, ਹੁਣ ਹੋਰ ਨਹੀਂ ਸਹੂੰਗੀ। ਮੈਂ ਬਹੁਤ ਗੁੱਸੇ ਵਿੱਚ ਸੀ। ਮੈਂ ਇੰਨੇ ਗੁੱਸੇ ਵਿੱਚ ਚੀਕੀ ਕਿ ਰਾਜ ਅਤੇ ਉਸਦੀ ਮਾਂ ਸਹਿਮ ਗਏ। ਮੇਰੀ ਸੱਸ ਮੇਰਾ ਇਹ ਰੂਪ ਦੇਖ ਕੇ ਡਰ ਗਈ ਅਤੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ। ਉਸ ਦੇ ਬਾਅਦ ਮੇਰੀ ਸੱਸ ਨੇ ਬੋਲਣਾ ਕੁਛ ਘੱਟ ਕਰ ਦਿੱਤਾ ਕਿਉਂਕਿ ਉਹ ਡਰ ਗਈ ਸੀ। ਉਸ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਮੈਂ ਕੁਝ ਵੀ ਕਰ ਸਕਦੀ ਹਾਂ। ਜਦੋਂ ਰਾਜ ਦੀ ਮਾਂ ਨੇ ਉਸ ਨੂੰ ਭੜਕਾਉਣਾ ਬੰਦ ਕਰ ਦਿੱਤਾ ਤਾਂ ਉਹ ਕੁਝ ਠੰਡਾ ਹੋ ਗਿਆ, ਪਰ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਤੱਕ ਹੀ ਸੀਮਿਤ ਕਰ ਲਿਆ। ਮੈਂ ਉਸ ਵਕਤ ਹੀ ਕਮਰੇ ਵਿੱਚੋਂ ਬਾਹਰ ਆਉਂਦੀ ਜਦੋਂ ਖਾਣਾ ਬਣਾਉਣਾ ਹੁੰਦਾ ਸੀ। ਖਾਣਾ ਬਣਾ ਕੇ ਆਪਣਾ ਖਾਣਾ ਲੈ ਕੇ ਮੈਂ ਕਮਰੇ ਵਿੱਚ ਚਲੀ ਜਾਂਦੀ ਅਤੇ ਫਿਰ ਕਮਰੇ ਵਿੱਚੋਂ ਬਾਹਰ ਨਾ ਨਿਕਲਦੀ ਅਤੇ ਨਾ ਹੀ ਮੈਂ ਉਹਨਾਂ ਨਾਲ ਕੋਈ ਗੱਲਬਾਤ ਕਰਦੀ। ਇੱਕ ਦਿਨ ਮੈਂ ਘਰ ਵਿੱਚੋਂ ਭੱਜ ਜਾਣ ਦਾ ਪਲਾਨ ਬਣਾਇਆ ਅਤੇ ਮੈਨੂੰ ਜਲਦੀ ਹੀ ਮੌਕਾ ਮਿਲ ਗਿਆ ਕਿਉਂਕਿ ਮੇਰੀ ਸੱਸ ਦੀ ਰਿਸ਼ਤੇਦਾਰੀ ਵਿੱਚ ਕੋਈ ਵਿਆਹ ਸੀ ਅਤੇ ਮੈਂ ਤਬੀਅਤ ਖਰਾਬ ਹੋਣ ਦਾ ਬਹਾਨਾ ਕਰਕੇ ਘਰ ਵਿੱਚ ਹੀ ਰੁਕ ਗਈ। ਜਦੋਂ ਦੋਨੇ ਮਾਂ ਪੁੱਤ ਵਿਆਹ ਚਲੇ ਗਏ ਤਾਂ ਮੈਂ ਪਿੱਛੋਂ ਆਪਣਾ ਬੈਗ ਤਿਆਰ ਕਰਕੇ ਘਰ ਵਿੱਚੋਂ ਨਿਕਲ ਗਈ ਅਤੇ ਸ਼ਹਿਰ ਚਲੀ ਗਈ ਜਿੱਥੇ ਮੈਂ ਪੜ੍ਹਦੀ ਸੀ। ਉੱਥੋਂ ਦੇ ਸਾਰੇ ਰਸਤੇ ਮੇਰੇ ਲਈ ਨਵੇਂ ਨਹੀਂ ਸਨ। ਮੈਂ ਸਿੱਧੀ ਆਪਣੇ ਦੋਸਤ ਦੇ ਕੋਲ ਚਲੀ ਗਈ। ਉਸ ਨੇ ਮੈਨੂੰ ਆਪਣੇ ਘਰ ਰਹਿਣ ਲਈ ਜਗ੍ਹਾ ਦੇ ਦਿੱਤੀ ਅਤੇ ਕਿਹਾ ਕਿ ਮੈਂ ਤੇਰੇ ਲਈ ਕੋਈ ਜੌਬ ਲੱਭ ਕੇ ਤੇਰੀ ਮਦਦ ਕਰੂੰਗੀ। ਮੈਂ 1.5 ਹਫ਼ਤਾ ਉਸ ਦੇ ਘਰ ਰਹੀ। ਫਿਰ ਉਸ ਦੇ ਪਾਪਾ ਨੇ ਆਪਣੇ ਕਿਸੇ ਜਾਣ ਪਹਿਚਾਣ ਵਾਲੇ ਨੂੰ ਕਹਿ ਕੇ ਮੇਰੀ ਇੱਕ ਇੰਟਰਨੈਸ਼ਨਲ ਕੰਪਨੀ ਵਿੱਚ ਜੌਬ ਲਗਵਾ ਦਿੱਤੀ। ਮੈਂ ਇੰਨੀ ਜ਼ਿਆਦਾ ਪੜ੍ਹੀ ਲਿਖੀ ਤਾਂ ਨਹੀਂ ਸੀ, ਪਰ ਮੇਰੀ ਇੰਗਲਿਸ਼ ਬਹੁਤ ਵਧੀਆ ਸੀ। ਇਸ ਵਜ੍ਹਾ ਨਾਲ ਉਹ ਜੌਬ ਮੈਨੂੰ ਆਸਾਨੀ ਨਾਲ ਮਿਲ ਗਈ। ਜੌਬ ਸ਼ੁਰੂ ਹੋਣ ਤੋਂ ਬਾਅਦ ਮੈਂ ਹੋਸਟਲ ਵਿੱਚ ਸ਼ਿਫਟ ਹੋ ਗਈ ਅਤੇ ਮੈਂ ਇੱਕ ਚੰਗੇ ਵਕੀਲ ਨਾਲ ਗੱਲ ਕਰਕੇ ਤਲਾਕ ਦਾ ਨੋਟਿਸ ਰਾਜ ਦੇ ਘਰ ਭਿਜਵਾ ਦਿੱਤਾ ਕਿਉਂਕਿ ਮੈਂ ਜਾਣਦੀ ਸੀ ਕਿ ਰਾਜ ਵਰਗਾ ਜਾਹਿਲ ਇਨਸਾਨ ਆਰਾਮ ਨਾਲ ਮੈਨੂੰ ਨਹੀਂ ਛੱਡੇਗਾ। ਜਦੋਂ ਇਸ ਸ਼ਹਿਰ ਵਿੱਚ ਮੈਂ ਆਈ ਤਾਂ ਫਿਰ ਮੈਨੂੰ ਰਮਨ ਦਾ ਖਿਆਲ ਆਇਆ। ਮੈਨੂੰ ਉਸ ਦੀ ਬਹੁਤ ਯਾਦ ਆ ਰਹੀ ਸੀ। ਜਦੋਂ ਮੇਰਾ ਵਿਆਹ ਹੋਇਆ ਸੀ ਮੈਂ ਰਮਨ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਸਨ ਕਿਉਂਕਿ ਮੈਨੂੰ ਪਤਾ ਸੀ ਕਿ ਜਦੋਂ ਮੇਰਾ ਵਿਆਹ ਹੋ ਗਿਆ ਤੇ ਹੁਣ ਰਮਨ ਦੇ ਬਾਰੇ ਸੋਚਣਾ ਇੱਕ ਪਾਪ ਹੈ। ਪਰ ਪਤਾ ਨਹੀਂ ਕਿਉਂ ਮੈਂ ਰਮਨ ਨੂੰ ਦਿਲ ਵਿੱਚੋਂ ਭੁਲਾ ਨਹੀਂ ਸਕੀ ਸੀ। ਦਿਲ ਕਰਦਾ ਸੀ ਕਿ ਰਮਨ ਨਾਲ ਇੱਕ ਵਾਰ ਗੱਲ ਜ਼ਰੂਰ ਕਰਾਂ, ਪਰ ਫਿਰ ਸੋਚਦੀ ਸੀ ਕਿ ਮੈਂ ਇੱਕ ਸ਼ਾਦੀशुदा ਲੜਕੀ ਹਾਂ। ਉਹ ਭਲਾ ਮੈਨੂੰ ਕਿਉਂ ਪਿਆਰ ਕਰੇਗਾ ਤੇ ਕਿਉਂ ਮੇਰੇ ਨਾਲ ਵਿਆਹ ਕਰੇਗਾ। ਬਸ ਇਹੀ ਸੋਚ ਕੇ ਮੇਰੇ ਹੱਥ ਰੁਕ ਜਾਂਦੇ ਸੀ। ਜਦੋਂ ਜੌਬ ਕਰਦੀ ਹੋਈ 1 ਮਹੀਨਾ ਪੂਰਾ ਹੋ ਗਿਆ ਤਾਂ ਕੰਪਨੀ ਦੇ ਮਾਲਕ ਨੇ ਮੈਨੂੰ ਆਫਿਸ ਵਿੱਚ ਮੀਟਿੰਗ ਲਈ ਬੁਲਾਇਆ। ਉਹ ਮੇਰੇ ਕੰਮ ਤੋਂ ਬਹੁਤ ਖੁਸ਼ ਹੋਏ, ਪਰ ਜਦੋਂ ਮੈਂ ਕੰਪਨੀ ਜੁਆਇਨ ਕੀਤੀ ਉਸ ਸਮੇਂ ਉਹ ਵਿਦੇਸ਼ ਵਿੱਚ ਸੀ ਅਤੇ ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ। ਮੇਰੇ ਨਾਲ ਕੰਮ ਕਰਨ ਵਾਲੇ ਦੱਸ ਰਹੇ ਸੀ ਕਿ ਇਹ ਕੰਪਨੀ ਬਿਲਕੁਲ ਨਵੀਂ ਅਤੇ ਇੱਕ ਛੋਟੀ ਉਮਰ ਦਾ ਲੜਕਾ ਹੈ।
ਇਸ ਦਾ ਓਨਰ ਹੈ ਜੋ ਬਹੁਤ ਮਿਹਨਤੀ ਅਤੇ ਚੰਗੇ ਦਿਲ ਵਾਲਾ ਹੈ। ਮੈਂ ਆਪਣੇ ਬੌਸ ਨੂੰ ਬਗੈਰ ਮਿਲੇ ਹੀ ਇੰਪ੍ਰੈਸ ਹੋ ਗਈ, ਕਿਉਂਕਿ ਪਤਾ ਲੱਗਿਆ ਸੀ ਕਿ ਮੇਰੇ ਬੌਸ ਦਾ ਸਬੰਧ ਪਹਿਲਾਂ ਬਹੁਤ ਗਰੀਬ ਘਰਾਣੇ ਨਾਲ ਸੀ ਅਤੇ ਉਹ ਆਪਣੀ ਮਿਹਨਤ ਦੇ ਬਲਬੂਤੇ 'ਤੇ ਹੀ ਇੱਥੋਂ ਤੱਕ ਪਹੁੰਚਿਆ ਹੈ। ਅਤੇ ਫਿਰ ਉਸ ਦਿਨ ਤੋਂ ਮੈਂ ਬਹੁਤ ਖੁਸ਼ ਹੋਈ ਕਿ ਮੈਂ ਆਪਣੇ ਬੌਸ ਨੂੰ ਪਹਿਲੀ ਵਾਰ ਮਿਲ ਰਹੀ ਸੀ। ਜਦੋਂ ਮੈਂ ਉਸ ਦੇ ਕੈਬਨ ਵਿੱਚ ਗਈ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ, ਕਿਉਂਕਿ ਉਹ ਬਿਲਕੁਲ ਹੀ ਜਵਾਨ ਲੜਕਾ ਸੀ। ਮੈਨੂੰ ਉਸ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਬੌਸ ਨਾਲ ਮੇਰੀ ਪਹਿਲੀ ਮੁਲਾਕਾਤ ਬਹੁਤ ਵਧੀਆ ਰਹੀ। ਉਹਨਾਂ ਨੇ ਮੇਰੇ ਕੰਮ ਦੀ ਬਹੁਤ ਤਾਰੀਫ ਕੀਤੀ ਅਤੇ ਮੇਰੀ ਸੈਲਰੀ ਹੋਰ ਵਧਾ ਦਿੱਤੀ। ਮੈਂ ਉਸ ਦਿਨ ਖੁਸ਼ੀ-ਖੁਸ਼ੀ ਵਾਪਸ ਹੋਸਟਲ ਗਈ ਤਾਂ ਮੇਰੇ ਨਾਂ 'ਤੇ ਆਏ ਹੋਏ ਤਲਾਕ ਦੇ ਕਾਗਜ਼ ਮੈਨੂੰ ਮਿਲ ਗਏ। ਮੈਂ ਰੱਬ ਦਾ ਧੰਨਵਾਦ ਕੀਤਾ ਕਿ ਰਾਜ ਵਰਗੇ ਜਾਹਿਲ ਇਨਸਾਨ ਤੋਂ ਮੇਰੀ ਜਾਨ ਛੁੱਟ ਗਈ। ਹੁਣ ਮੈਂ ਆਜ਼ਾਦ ਸੀ ਅਤੇ ਆਪਣੀ ਜ਼ਿੰਦਗੀ ਦਾ ਸਹੀ ਫੈਸਲਾ ਕਰ ਸਕਦੀ ਸੀ। ਮੈਂ ਨਾ ਤਾਂ ਆਪਣੇ ਮਾਂ-ਬਾਪ ਨਾਲ ਕੋਈ ਕੰਟੈਕਟ ਕੀਤਾ ਅਤੇ ਨਾ ਹੀ ਉਸ ਆਂਟੀ ਨਾਲ, ਕਿਉਂਕਿ ਮੈਂ ਜਾਣਦੀ ਸੀ ਇਹ ਸਾਰੇ ਲੋਕ ਮੇਰੇ ਨਾਲ ਵਫ਼ਾਦਾਰ ਨਹੀਂ ਹੋਣਗੇ। ਇਸ ਵਜ੍ਹਾ ਨਾਲ ਮੈਂ ਬਸ ਆਪਣੇ ਪੈਰਾਂ ਉੱਤੇ ਖੜੀ ਹੋ ਕੇ ਆਪਣੇ ਲਈ ਕੋਈ ਚੰਗਾ ਫੈਸਲਾ ਕਰਨਾ ਚਾਹੁੰਦੀ ਸੀ। ਕੁਝ ਦਿਨ ਬਾਅਦ ਬੌਸ ਨੇ ਦੁਬਾਰਾ ਮੈਨੂੰ ਆਫਿਸ ਬੁਲਾਇਆ ਅਤੇ ਕੁਝ ਨਵੇਂ ਕੰਮ ਮੇਰੇ ਹਵਾਲੇ ਕਰ ਦਿੱਤੇ। ਮੈਂ ਆਪਣਾ ਬੈਸਟ ਦਿੰਦੇ ਹੋਏ ਕਿਹਾ ਕਿ ਇਹ ਕੰਮ ਵੀ ਬਹੁਤ ਚੰਗੇ ਤਰੀਕੇ ਨਾਲ ਕਰਾਂਗੀ। ਤਾਂ ਉਹ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਮੈਨੂੰ ਆਪਣੇ ਨਾਲ ਲੰਚ ਕਰਨ ਦਾ ਆਫਰ ਕੀਤਾ। ਮੈਂ ਕੁਝ ਹਿਚਕਚਾ ਰਹੀ ਸੀ, ਪਰ ਉਹਨਾਂ ਨੇ ਕਿਹਾ ਕਿ ਮੈਨੂੰ ਆਪਣਾ ਛੋਟਾ ਭਰਾ ਸਮਝ ਲਓ। ਮੈਨੂੰ ਖੁਸ਼ੀ ਹੋਵੇਗੀ ਜੇ ਤੁਸੀਂ ਮੇਰੇ ਨਾਲ ਲੰਚ ਕਰੋਗੇ। ਉਸ ਦੀ ਗੱਲ ਸੁਣ ਕੇ ਮੇਰਾ ਦਿਲ ਭਰ ਗਿਆ ਅਤੇ ਮੈਨੂੰ ਆਪਣੇ ਦੋਨੇ ਭਰਾਵਾਂ ਦੀ ਯਾਦ ਆਈ ਜੋ ਸਾਲਾਂ ਪਹਿਲ ਮੇਰੇ ਤੋਂ ਵਿਛੜ ਗਏ ਸੀ। ਮੈਂ ਬੌਸ ਦੇ ਨਾਲ ਲੰਚ 'ਤੇ ਚਲੀ ਗਈ, ਜਿਸ ਦੌਰਾਨ ਉਹਨਾਂ ਨੇ ਮੇਰੇ ਬਾਰੇ ਪੁੱਛਿਆ ਤਾਂ ਮੈਂ ਆਪਣੇ ਬਾਰੇ ਉਹਨਾਂ ਨੂੰ ਸ਼ਾਰਟ ਵਿੱਚ ਥੋੜ੍ਹਾ ਜਿਹਾ ਦੱਸ ਦਿੱਤਾ। ਪਰ ਉਹ ਕਹਿਣ ਲੱਗੇ, ਪਤਾ ਨਹੀਂ ਕਿਉਂ ਤੇਰੇ ਨਾਲ ਮੈਨੂੰ ਆਪਣਾਪਣ ਮਹਿਸੂਸ ਹੋ ਰਿਹਾ ਹੈ। ਅਗਰ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਨੂੰ ਦੀਦੀ ਕਹਿ ਕੇ ਬੁਲਾ ਸਕਦਾ ਹਾਂ। ਮੈਂ ਖੁਸ਼ੀ ਨਾਲ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਅਤੇ ਉਹਨਾਂ ਨੇ ਮੇਰਾ ਫ਼ੋਨ ਨੰਬਰ ਲੈ ਲਿਆ ਅਤੇ ਕਹਿਣ ਲੱਗੇ, ਜਦੋਂ ਕੋਈ ਵੀ ਜ਼ਰੂਰਤ ਹੋਵੇ ਤਾਂ ਮੈਨੂੰ ਬਿਨਾਂ ਝਿਜਕ ਕਾਲ ਕਰ ਲੈਣਾ। ਉਸ ਦਿਨ ਤੋਂ ਬਾਅਦ ਕਦੀ ਮੇਰੀ ਆਪਣੇ ਬੌਸ ਨਾਲ ਫ਼ੋਨ 'ਤੇ ਗੱਲ ਹੋ ਜਾਂਦੀ ਸੀ ਅਤੇ ਫਿਰ ਇੱਕ ਦਿਨ ਜਦੋਂ ਮੇਰੀ ਤਬੀਅਤ ਬਹੁਤ ਖਰਾਬ ਹੋਈ ਅਤੇ ਮੈਂ ਆਫਿਸ ਨਹੀਂ ਗਈ ਤਾਂ ਮੈਨੂੰ ਫ਼ੋਨ ਆਇਆ। ਉਹ ਕਹਿਣ ਲੱਗੇ ਕਿ ਮੈਂ ਤੁਹਾਡੇ ਹੋਸਟਲ ਦੇ ਬਾਹਰ ਬੈਠਾ ਹਾਂ, ਤੁਸੀਂ ਜਲਦੀ ਨਾਲ ਆ ਜਾਓ, ਮੈਂ ਤੁਹਾਨੂੰ ਡਾਕਟਰ ਦੇ ਕੋਲ ਲੈ ਕੇ ਚੱਲਦਾ ਹਾਂ। ਮੈਂ ਪਹਿਲਾਂ ਤਾਂ ਉਹਨਾਂ ਨੂੰ ਮਨਾ ਕਰ ਦਿੱਤਾ, ਫਿਰ ਉਹ ਨਹੀਂ ਮੰਨੇ। ਫਿਰ ਮੈਂ ਹੇਠਾਂ ਆਈ ਅਤੇ ਉਹ ਮੈਨੂੰ ਕਲੀਨਿਕ 'ਤੇ ਲੈ ਗਏ। ਡਾਕਟਰ ਨੇ ਮੈਨੂੰ ਕੁਝ ਦਵਾਈਆਂ ਦੇ ਦਿੱਤੀਆਂ। ਵਾਪਸ ਆਉਂਦੇ ਵਕਤ ਉਹਨਾਂ ਨੇ ਮੈਨੂੰ ਖਾਣੇ ਦੀ ਆਫਰ ਦਿੱਤੀ। ਖਾਣਾ ਖਾਂਦੇ ਹੋਏ ਉਹਨਾਂ ਨੇ ਮੈਨੂੰ ਪੁੱਛਿਆ, ਤੁਸੀਂ ਮੇਰੀ ਭੈਣ ਦੀਪਿਕਾ ਹੋ? ਮੇਰੀ ਤਾਂ ਆਵਾਜ਼ ਹੀ ਨਿਕਲਣੀ ਬੰਦ ਹੋ ਗਈ। ਮੈਂ ਬਸ ਰੋਈ ਜਾ ਰਹੀ ਸੀ ਅਤੇ ਆਪਣੇ ਭਰਾ ਦੇ ਗਲੇ ਮਿਲ ਕੇ ਸਦੀਆਂ ਤੋਂ ਬੇਚੈਨ ਦਿਲ ਨੂੰ ਸਕੂਨ ਦੇ ਰਹੀ ਸੀ। ਮੇਰੇ ਭਰਾ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਮੈਨੂੰ ਚੁੱਪ ਕਰਾਇਆ ਅਤੇ ਫਿਰ ਸਿੱਧਾ ਆਪਣੇ ਘਰ ਲੈ ਗਿਆ। ਉਸ ਨੇ ਦੱਸਿਆ, ਜਦੋਂ ਤੁਸੀਂ ਗਵਾਚ ਗਏ ਸੀ ਤਾਂ ਮਾਂ ਪਾਪਾ ਨੇ ਤੈਨੂੰ ਬਹੁਤ ਲੱਭਿਆ ਪਰ ਤੂੰ ਨਹੀਂ ਮਿਲੀ। ਪਰ ਜਦੋਂ ਤੱਕ ਉਹ ਜ਼ਿੰਦਾ ਰਹੇ ਉਹਨਾਂ ਨੇ ਤੈਨੂੰ ਲੱਭਣ ਦੀ ਕੋਸ਼ਿਸ਼ ਨਹੀਂ ਛੱਡੀ ਅਤੇ ਤੂੰ ਨਹੀਂ ਮਿਲੀ ਅਤੇ ਫਿਰ ਤੈਨੂੰ ਮਿਲਣ ਦੀ ਉਮੀਦ ਲੈ ਕੇ ਇਸ ਦੁਨੀਆ ਤੋਂ ਚਲੇ ਗਏ। ਮੈਂ ਰਾਜਨ ਤੋਂ ਵੱਡੀ ਭੈਣ ਤੇ ਭਰਾ ਬਾਰੇ ਪੁੱਛਿਆ ਕਿ ਉਹ ਕਿੱਥੇ ਹਨ, ਕਿਵੇਂ ਹਨ, ਤਾਂ ਉਸਨੇ ਮੈਨੂੰ ਸਭ ਦੇ ਬਾਰੇ ਦੱਸਿਆ। ਮੈਂ ਕਿਹਾ ਕਿ ਮੈਨੂੰ ਆਪਣੇ ਭੈਣ ਭਰਾਵਾਂ ਨਾਲ ਮਿਲਣਾ ਹੈ। ਰਾਜਨ ਨੇ ਕਿਹਾ, ਬਾਈ ਇਸ ਸ਼ਹਿਰ ਵਿੱਚ ਰਹਿੰਦੇ ਹਨ, ਮੈਂ ਤੁਹਾਨੂੰ ਉਹਨਾਂ ਨਾਲ ਮਿਲਾਉਣ ਲਈ ਲੈ ਚੱਲਾਂਗਾ। ਉਹ ਸਾਰੇ ਇਸ ਸ਼ਹਿਰ ਵਿੱਚ ਹੀ ਰਹਿੰਦੇ ਹਨ, ਸਿਰਫ ਵੱਡੀ ਦੀਦੀ ਜੋ ਪਿੰਡ ਵਿੱਚ ਰਹਿੰਦੀ ਹੈ। ਮੇਰਾ ਦਿਲ ਬੜਾ ਬੇਚੈਨ ਸੀ ਸਭ ਨੂੰ ਮਿਲਣ ਲਈ ਅਤੇ ਮੇਰੇ ਲਈ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਕਿ ਇਸ ਤਰ੍ਹਾਂ ਅਚਾਨਕ ਮੈਨੂੰ ਮੇਰਾ ਪਰਿਵਾਰ ਮਿਲ ਜਾਏਗਾ। ਫਿਰ ਉਹ ਮੇਰੇ ਬਾਰੇ ਵਿੱਚ ਪੁੱਛਣ ਲੱਗਾ ਤਾਂ ਮੈਂ ਉਸਨੂੰ ਆਪਣੀ ਸਾਰੀ ਕਹਾਣੀ ਸੁਣਾ ਦਿੱਤੀ। ਉਸ ਨੂੰ ਸੁਣ ਕੇ ਉਸ ਨੂੰ ਬਹੁਤ ਅਫਸੋਸ ਹੋਇਆ, ਪਰ ਫਿਰ ਉਸਨੇ ਵੀ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਮੈਂ ਉਸਨੂੰ ਮਿਲ ਗਈ। ਉਸਨੇ ਮੈਨੂੰ ਜੌਬ ਕਰਨ ਤੋਂ ਮਨਾ ਕਰ ਦਿੱਤਾ ਤੇ ਕਹਿਣ ਲੱਗਾ, ਹੁਣ ਤੂੰ ਘਰ ਵਿੱਚ ਬੈਠ ਕੇ ਐਸ਼ ਕਰ, ਤੇਰਾ ਭਰਾ ਹੈ। ਇਹ ਸੁਣ ਕੇ ਮੈਂ ਮੁਸਕਰਾਉਣ ਲੱਗੀ ਅਤੇ ਰਾਜਨ ਨੇ ਵੱਡੇ ਭਰਾ ਨੂੰ ਫ਼ੋਨ ਕਰਕੇ ਸਾਰੀ ਗੱਲ ਦੱਸੀ ਅਤੇ ਉਸ ਨੂੰ ਘਰ ਬੁਲਾ ਲਿਆ। ਅਸੀਂ ਸਾਰੇ ਇੱਕ ਦੂਸਰੇ ਨੂੰ ਮਿਲ ਕੇ ਬਹੁਤ ਟਾਈਮ ਰੋਂਦੇ ਅਤੇ ਬਹੁਤ ਟਾਈਮ ਗੱਲਾਂ ਕਰਦੇ ਰਹੇ। ਵੱਡੀ ਭਾਬੀ ਵੀ ਬਹੁਤ ਚੰਗੀ ਸੀ, ਉਸਨੇ ਸਾਨੂੰ ਬੜੇ ਪਿਆਰ ਨਾਲ ਟਰੀਟ ਕੀਤਾ ਅਤੇ ਜਦੋਂ ਇੱਕ ਦਿਨ ਮੇਰੇ ਭਰਾਵਾਂ ਨੇ ਮੈਨੂੰ ਮੇਰੇ ਅੱਗੇ ਦੀ ਜ਼ਿੰਦਗੀ ਦੇ ਬਾਰੇ ਵਿੱਚ ਪੁੱਛਿਆ ਕਿ ਮੈਂ ਹੁਣ ਅੱਗੇ ਕੀ ਕਰਨਾ ਚਾਹੁੰਦੀ ਹਾਂ, ਕਿਉਂਕਿ ਉਹ ਲੋਕ ਚਾਹੁੰਦੇ ਸੀ ਕਿ ਮੈਂ ਵਿਆਹ ਕਰਕੇ ਆਪਣੇ ਘਰ ਸੈੱਟ ਹੋ ਜਾਵਾਂ, ਮੇਰੇ ਦਿਮਾਗ ਵਿੱਚ ਫਿਰ ਰਮਨ ਦਾ ਖਿਆਲ ਆਇਆ। ਮੈਂ ਰਾਜਨ ਨੂੰ ਕਿਹਾ ਕਿ ਮੈਂ ਇੱਕ ਵਾਰ ਬਸ ਰਮਨ ਨੂੰ ਮਿਲਣਾ ਚਾਹੁੰਦੀ ਹਾਂ,
ਪਤਾ ਨਹੀਂ ਕਿਉਂ ਦਿਲ ਵਿੱਚ ਉਮੀਦ ਹੈ ਕਿ ਸ਼ਾਇਦ ਹੁਣ ਵੀ ਰਮਨ ਮੈਨੂੰ ਪਿਆਰ ਕਰਦਾ ਹੈ ਅਤੇ ਇਸ ਉਮੀਦ ਦੀ ਆਸ 'ਤੇ ਮੈਂ ਰਮਨ ਨੂੰ ਮਿਲਣ ਚਲੀ ਗਈ। ਉਹ ਆਪਣੇ ਪਾਪਾ ਦਾ ਬਿਜ਼ਨਸ ਸੰਭਾਲਣ ਲੱਗ ਗਿਆ ਸੀ। ਮੇਰੇ ਕੋਲ ਉਸ ਦਾ ਨੰਬਰ ਸੀ। ਮੈਂ ਉਸ ਨੂੰ ਕਾਲ ਕੀਤੀ। ਕਾਲ ਕਰਦੇ ਹੋਏ ਮੇਰੀਆਂ ਉਂਗਲੀਆਂ ਕੰਬ ਰਹੀਆਂ ਸੀ, ਪਰ ਮੈਂ ਹਿੰਮਤ ਕਰਕੇ ਉਸ ਦਾ ਨੰਬਰ ਡਾਇਲ ਕੀਤਾ। ਮੇਰੀ ਆਵਾਜ਼ ਸੁਣ ਕੇ ਉਹ ਖੁਸ਼ ਹੋ ਗਿਆ। ਮੈਂ ਉਸ ਨੂੰ ਮਿਲਣ ਲਈ ਇੱਕ ਹੋਸਟਲ ਵਿੱਚ ਬੁਲਾਇਆ। ਅਸੀਂ ਇੱਕ ਦੂਸਰੇ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਰਮਨ ਦੀਆਂ ਅੱਖਾਂ ਵਿੱਚ ਚਮਕ ਆ ਗਈ। ਕੁਝ ਟਾਈਮ ਬਾਅਦ ਮੈਂ ਉਸ ਨੂੰ ਆਪਣੇ ਬਾਰੇ ਵਿੱਚ ਸਭ ਕੁਝ ਸੱਚ ਦੱਸ ਦਿੱਤਾ। ਪਰ ਮੇਰੇ ਵਿਆਹ ਅਤੇ ਤਲਾਕ ਦੀ ਗੱਲ ਸੁਣ ਕੇ ਪਤਾ ਨਹੀਂ ਰਮਨ ਦੀ ਚਿਹਰੇ ਦੀ ਚਮਕ ਅਚਾਨਕ ਗਾਇਬ ਹੋ ਗਈ। ਉਹ ਕਹਿਣ ਲੱਗਿਆ, ਦਰਅਸਲ ਮੇਰੇ ਮਾਂ-ਬਾਪ ਨੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਹੈ ਅਤੇ ਕੁਝ ਹੀ ਦਿਨਾਂ ਬਾਅਦ ਮੇਰਾ ਵਿਆਹ ਹੋ ਜਾਏਗਾ। ਮੈਂ ਸਮਝ ਗਈ ਸੀ ਕਿ ਰਮਨ ਇੱਕ ਸ਼ਾਦੀशुदा ਅਤੇ ਫਿਰ ਉਸ ਦੇ ਬਾਅਦ ਤਲਾਕ ਵਾਲੀ ਲੜਕੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ। ਮੈਂ ਵੀ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਕਾਬੂ ਕਰ ਲਿਆ। ਜਦੋਂ ਰਮਨ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਵਾਲਾ ਸੀ ਤਾਂ ਮੈਂ ਉਸ ਦੇ ਕਦਮ ਕਿਉਂ ਰੋਕਦੀ। ਮੇਰੇ ਭੈਣ ਅਤੇ ਭਰਾਵਾਂ ਨੇ ਮੇਰੇ ਉੱਪਰ ਬਹੁਤ ਜ਼ੋਰ ਪਾਇਆ ਕਿ ਮੈਂ ਵਿਆਹ ਕਰ ਲਾਂ, ਪਰ ਹੁਣ ਵਿਆਹ ਅਤੇ ਪਿਆਰ ਵਰਗੇ ਰਿਸ਼ਤੇ ਤੋਂ ਮੇਰਾ ਦਿਲ ਭਰ ਚੁੱਕਿਆ ਸੀ। ਮੈਂ ਸਾਫ਼ ਮਨਾ ਕਰ ਦਿੱਤਾ ਕਿ ਮੈਂ ਵਿਆਹ ਨਹੀਂ ਕਰਨਾ। ਸਭ ਦੇ ਮਨਾਉਣ 'ਤੇ ਵੀ ਮੈਂ ਨਹੀਂ ਮੰਨੀ ਅਤੇ ਫਿਰ ਮੇਰੀ ਦੀਦੀ ਅਤੇ ਦੋਨੇ ਭਰਾਵਾਂ ਨੂੰ ਮੇਰੀ ਜਿੱਦ ਅੱਗੇ ਹਥਿਆਰ ਸੁੱਟਣੇ ਪਏ। ਕੁਝ ਹੀ ਸਮੇਂ ਬਾਅਦ ਅਸੀਂ ਸਭ ਨੇ ਮਿਲ ਕੇ ਰਾਜਨ ਦਾ ਵਿਆਹ ਕੀਤਾ। ਵਿਆਹ ਦਾ ਇਹ ਫੰਕਸ਼ਨ ਮੇਰੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਫੰਕਸ਼ਨ ਰਿਹਾ, ਕਿਉਂਕਿ ਇਸ ਫੰਕਸ਼ਨ ਵਿੱਚ ਮੇਰਾ ਪਰਿਵਾਰ ਮੇਰੇ ਨਾਲ ਸੀ। ਜ਼ਿੰਦਗੀ ਵਿੱਚ ਕੋਈ ਕਮੀ ਨਹੀਂ ਸੀ।